ਹੈਲੋ ਸਟੂਡੈਂਟਸ, ਅੱਜ ਦਾ ਜੋ ਆਪਣਾ ਟੌਪਿਕ ਹੈਗਾ ਉਸ ਟੌਪਿਕ ਦੇ ਵਿੱਚ ਜੋ ਸਬ ਟੌਪਿਕਸ ਨੇ ਉਹ ਕੀ ਹੈ। ਪਹਿਲਾ ਹੈ ਸਟਿੰਗ ਇੰਸੂਲੇਟਰਸ। ਵੀ ਆਪਾਂ ਹੁਣ ਜੋ ਇੰਸੂਲੇਟਰਸ ਪੜ੍ਹੇ ਆ ਉਹਨਾਂ ਦੇ ਵਿੱਚ ਸਟਿੰਗ ਇੰਸੂਲੇਟਰ ਕੀ ਹੁੰਦਾ ਆਪਾਂ ਉਹ ਪੜ੍ਹਨਾ ਹੈ। ਫਿਰ ਹੁੰਦਾ ਪੋਟੈਂਸ਼ੀਅਲ ਡਿਫਰੈਂਸ ਓਵਰ ਏ ਸਟਿੰਗ ਆਫ ਸਸਪੈਂਸ਼ਨ ਇੰਸੂਲੇਟਰ। ਜਿਹਦਾ ਆਪਾਂ ਸਸਪੈਂਸ਼ਨ ਇੰਸੂਲੇਟਰ ਪਹਿਲਾਂ ਪੜ੍ਹੇ ਆ ਉਸ ਪੂਰੇ ਇੰਸੂਲੇਟਰ ਦੇ ਅਕਰੋਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਉਹ ਕਿਸ ਤਰ੍ਹਾਂ ਹੁੰਦਾ ਹੈ ਉਹ ਪੜ੍ਹਾਂਗੇ। ਫਿਰ ਪੜ੍ਹਾਂਗੇ ਇਸ ਪੂਰੇ ਸਸਪੈਂਸ਼ਨ ਟਾਈਪ ਇੰਸੂਲੇਟਰ ਜਿਹੜੇ ਆ ਇਹਨਾਂ ਦੀ ਜਿਹੜੀ ਸਟਿੰਗ ਹੈ, ਸਟਿੰਗ ਇੰਸੂਲੇਟਰਸ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹਨਾਂ ਦੀ ਐਫੀਸ਼ੀਐਂਸੀ ਕੀ ਹੁੰਦੀ ਹੈ। ਫਿਰ ਮੈਥਡਸ ਟੂ ਇੰਪਰੂਵ ਸਟਿੰਗ ਐਫੀਸ਼ੀਐਂਸੀ। ਸਟਿੰਗ ਐਫੀਸ਼ੀਐਂਸੀ ਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਕਿਹੜੇ ਕਿਹੜੇ ਮੈਥਡਸ ਨੇ ਉਹ ਪੜ੍ਹਨੇ ਨੇ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਬੰਡਲ ਕੰਡਕਟਰਸ, ਵੀ ਸਿੰਗਲ ਕੰਡਕਟਰ ਅਤੇ ਬੰਡਲ ਕੰਡਕਟਰ ਕੀ ਹੁੰਦਾ ਹੈ, ਇਹਨਾਂ ਦੇ ਡਿਫਰੈਂਸ ਕੀ ਹੈਗਾ। ਮੇਨ ਇਹ ਅੱਜ ਦੇ ਆਪਣੇ ਟੌਪਿਕ ਹੈਗੇ ਆ, ਇਹ ਆਪਾਂ ਡਿਸਕਸ ਕਰਨੇ ਹੈਗੇ ਅੱਗੇ ਜਾ ਕੇ। ਹੁਣ ਦੇਖੋ ਸਟਿੰਗ ਇੰਸੂਲੇਟਰਸ, ਇਹ ਡਾਇਗਰਾਮ ਆਪਾਂ ਪਹਿਲਾਂ ਵੀ ਸਸਪੈਂਸ਼ਨ ਟਾਈਪ ਇੰਸੂਲੇਟਰ ਦੇ ਵਿੱਚ ਦੇਖੀ ਸੀਗੀ। ਤਾਂ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਵੀ ਸਟਿੰਗ ਇੰਸੂਲੇਟਰ ਉਸ ਦਿਨ ਕੀ ਸੀਗਾ ਕਿ ਇਸ ਡਾਇਗਰਾਮ 'ਚ ਦੇਖੋ ਤੁਸੀਂ ਧਿਆਨ ਨਾਲ, ਇੱਕ ਲੰਬੀ ਜਿਹੀ ਸਟਿੰਗ ਬਣੀ ਹੋਈ ਆ ਉੱਪਰੋਂ ਲੈ ਕੇ ਥੱਲੇ ਤੱਕ। ਇਹਦੇ ਵਿੱਚ ਦੇਖੋ ਇੱਕ ਥੱਲਿਓਂ ਗਿਣਨੇ ਸ਼ੁਰੂ ਕਰੋ, 1 2 3 4 5 6 7 8 ਜਿਹੜੇ ਇੰਸੂਲੇਟਰਸ ਜਿਹੜੇ ਆ ਉਹ ਲੱਗੇ ਹੋਏ ਆ। ਔਰ ਇਹਦੇ ਇੱਕ ਸਿੰਗਲ ਇੰਸੂਲੇਟਰ ਨੂੰ ਆਪਾਂ ਡਿਸਕ ਕਹਿੰਦੇ ਆ। ਜਿਹੜਾ ਇੱਕ ਸਿੰਗਲ ਇੰਸੂਲੇਟਰ ਆ ਇਹਦਾ ਡਿਸਕ ਕਹਿੰਦੇ ਆ। ਹੁਣ ਇਹ ਸਟਿੰਗ ਫਿਰ ਕੀ ਹੋਈ, ਕਹਿੰਦਾ ਇਹ ਸਸਪੈਂਸ਼ਨ ਟਾਈਪ ਸਟਿੰਗ ਇੰਸੂਲੇਟਰ ਕੰਸਿਸਟਸ ਆਫ ਏ ਨੰਬਰ ਆਫ ਪੋਰਸਲਿਨ ਡਿਸਕ। ਮਤਲਬ ਡਿਸਕ ਦਾ ਜਿਹੜਾ ਮਟੀਰੀਅਲ ਪੋਰਸਲਿਨ ਹੈ, ਦੈਟ ਮੇ ਵੀ ਗਲਾਸ ਵੀ ਹੋ ਸਕਦਾ, ਬਟ ਇਹ ਪੋਰਸਲਿਨ ਡਿਸਕ ਕਹਿੰਦਾ ਸਸਪੈਂਸ਼ਨ ਟਾਈਪ ਸਟਿੰਗ ਇੰਸੂਲੇਟਰ ਕੰਸਿਸਟਸ ਆਫ ਏ ਨੰਬਰ ਆਫ ਪੋਰਸਲਿਨ ਡਿਸਕ ਕਨੈਕਟਡ ਇਨ ਸੀਰੀਜ਼ ਥਰੂ ਮੈਟੈਲਿਕ ਲਿੰਕਸ। ਮਤਲਬ ਆਪਾਂ ਕੀ ਕਰਦੇ ਹਾਂ, ਇੱਕ ਡਿਸਕ ਨੂੰ ਦੂਜੀ ਡਿਸਕ ਦੇ ਨਾਲ ਉਹਦੇ ਵਿੱਚ ਮੈਟੈਲਿਕ ਲਿੰਕ ਲੱਗਾ ਹੁੰਦਾ। ਜਦੋਂ ਆਪਾਂ ਸਿੰਗਲ ਡਿਸਕ ਦੇਖੀ, ਅਗਰ ਉਹਨਾਂ ਆਪਾਂ ਕੰਡਕਟਰ ਜੋੜਨਾ ਉਹਦੇ ਲਈ ਆਪਾਂ ਮੈਟੈਲਿਕ ਮਤਲਬ ਰਿੰਗ ਸਟਿਪ ਲੱਗੀ ਹੋਈ ਆ, ਮੈਟੈਲਿਕ ਲਿੰਕ ਲੱਗਾ ਹੋਇਆ। ਉਸ ਲਿੰਕ ਨੂੰ ਅਗਲੀ ਆਪਾਂ ਕੰਡਕਟਰ ਦੇ ਆਏ ਉਹਦੇ ਵਿੱਚ ਇੱਕ ਨੈਕਸਟ ਡਿਸਕ ਜੋੜ ਦਿੰਦੇ ਆ। ਫਿਰ ਇੱਦਾਂ ਇੱਕ ਹੋਰ ਡਿਸਕ ਜੋੜਦੇ ਆ। ਨੰਬਰ ਆਫ ਡਿਸਕ ਜਿੰਨੀਆਂ ਤੁਹਾਡੀ ਰਿਕੁਆਇਰਮੈਂਟ ਹੈਗੀ ਆ, ਇਹਨਾਂ ਸਾਰੀਆਂ ਡਿਸਕ ਨੂੰ ਜਦੋਂ ਤੁਸੀਂ ਸੀਰੀਜ਼ 'ਚ ਜੋੜ ਦਿੰਦੇ ਹੈਗੇ ਆ ਤਾਂ ਉਹ ਕੀ ਬਣ ਜਾਂਦੀ ਹੈ, ਇੱਕ ਕੰਪਲੀਟ ਸਟਿੰਗ, ਐਂਡ ਦੈਟ ਇਜ਼ ਕਾਲਡ ਸਟਿੰਗ ਇੰਸੂਲੇਟਰ। ਜਿਹਦਾ ਡਾਇਗਰਾਮ 'ਚ ਤੁਸੀਂ ਦੇਖਿਆ ਟੌਪ 'ਤੇ ਦੇਖੋ ਹੁੱਕ ਬਣੀ ਹੋਈ ਆ, ਉਹਦੇ ਵਿੱਚ ਆਪਾਂ ਉਹ ਸਟਿੰਗ ਇੰਸੂਲੇਟਰ ਜਿਹੜਾ ਟੰਗਿਆ ਹੋਇਆ, ਇੱਕ ਡਿਸਕ, ਫਿਰ ਉਸ ਤੋਂ ਬਾਅਦ ਫਿਰ ਉਹਦਾ ਕਨੈਕਟਰ, ਫਿਰ ਦੂਜੀ ਡਿਸਕ, ਫਿਰ ਉਹਦਾ ਕਨੈਕਟਰ, ਫਿਰ ਤੀਜੀ ਡਿਸਕ। ਇਸ ਤਰ੍ਹਾਂ ਇਹ ਮੈਟੈਲਿਕ ਕਨੈਕਟਰਸ ਲਿੰਕਸ ਨੇ ਅਤੇ ਡਿਸਕ ਗੱਬੇ ਇੰਸੂਲੇਟਡ ਆ। ਇਸ ਤਰ੍ਹਾਂ ਇਹ ਇੱਕ ਕੰਪਲੀਟ ਜਿਹੜੀ ਆ ਇਹ ਇੰਸੂਲੇਟਰ ਬਣ ਜਾਂਦਾ, ਤਾਂ ਇਹਨੂੰ ਆਪਾਂ ਕਹਿੰਦੇ ਆ ਸਟਿੰਗ। ਕਹਿੰਦਾ ਸਸਪੈਂਸ਼ਨ ਇੰਸੂਲੇਟਰਸ ਔਰ ਸਟਿੰਗ ਇੰਸੂਲੇਟਰਸ ਆਰ ਵੈਰੀ ਵਾਈਡਲੀ ਯੂਜ਼ਡ ਇਨ ਐਨ ਇਲੈਕਟ੍ਰੀਕਲ ਓਵਰਹੈਡ ਸਿਸਟਮ ਟਰਾਂਸਮਿਸ਼ਨ ਸਿਸਟਮ। ਹੁਣ ਤੁਸੀਂ ਦੇਖਿਆ ਹੋਊਗਾ ਕਿ ਫੀਲਡ ਵਿੱਚ ਜਾਂਦੇ ਆ ਜਾਂ ਸੜਕ 'ਤੇ ਜਾਂਦੇ ਆ, ਤੁਸੀਂ ਦੇਖੋ ਵੱਡੇ ਵੱਡੇ ਟਾਵਰਸ ਹੁੰਦੇ ਆ, ਉਹਨਾਂ ਦੇ ਜਿਹੜੇ ਕੰਡਕਟਰਸ ਲੱਗੇ ਹੁੰਦੇ ਆ, ਉਹਨਾਂ ਦਾ ਬਲੈਕ ਕਲਰ ਦੀਆਂ ਜਾਂ ਡਾਰਕ ਬਰਾਊਨ ਕਲਰ ਦੀਆਂ ਤੁਸੀਂ ਦੇਖਿਆ ਹੋਊਗਾ ਇੱਕ ਇੰਸੂਲੇਟਰਸ ਲੱਗੇ ਹੁੰਦੇ ਆ ਥੱਲੇ ਨੂੰ ਲਮਕਦੇ ਹੋਏ, ਦੈਟ ਇਜ਼ ਕਾਲਡ ਸਸਪੈਂਸ਼ਨ ਟਾਈਪ ਇੰਸੂਲੇਟਰਸ। ਅਤੇ ਉਸ ਪੂਰੇ ਇੱਕ ਇੰਸੂਲੇਟਰ ਨੂੰ ਆਪਾਂ ਕਹਿੰਦੇ ਆ ਸਟਿੰਗ ਇੰਸੂਲੇਟਰ। ਕਈ ਵਾਰੀ ਉਹ ਥੱਲੇ ਨੂੰ ਲਮਕ ਦਿੰਦੇ ਆ ਔਰ ਕਈ ਵਾਰੀ ਉਹ ਸਟੇਨ ਟਾਈਪ ਮਤਲਬ ਹੌਰੀਜ਼ੌਂਟਲੀ ਇੱਦਾਂ ਮਤਲਬ ਲੱਗੇ ਹੁੰਦੇ ਆ, ਬਟ ਦੈਟ ਇਜ਼ ਕਾਲਡ ਸਟਿੰਗ ਇੰਸੂਲੇਟਰ। ਅਗਰ ਥੱਲੇ ਨੂੰ ਲਮਕਦੇ ਆ ਤਾਂ ਉਹਨੂੰ ਆਪਾਂ ਸਸਪੈਂਸ਼ਨ ਟਾਈਪ ਕਹਿ ਦਿੰਦੇ ਆ, ਅਗਰ ਉਹ ਹੌਰੀਜ਼ੌਂਟਲੀ ਆ ਤਾਂ ਆਪਾਂ ਉਹਨੂੰ ਸਟੇਨ ਇੰਸੂਲੇਟਰ ਕਹਿ ਦਿੰਦੇ ਆ। ਇਸ ਤਰ੍ਹਾਂ ਇਹ ਸਟਿੰਗ ਇੰਸੂਲੇਟਰ ਜਿਹੜੇ ਹੁੰਦੇ ਹੈਗੇ ਆ। ਦੇਖੋ ਕੀ ਆ ਕਿ ਪੋਟੈਂਸ਼ੀਅਲ ਡਿਫਰੈਂਸ ਓਵਰ ਏ ਸਟਿੰਗ ਆਫ ਸਸਪੈਂਸ਼ਨ ਇੰਸੂਲੇਟਰ। ਹੁਣ ਆਪਣਾ ਜਿਹੜਾ ਨੈਕਸਟ ਟੌਪਿਕ ਸੀ ਉਹ ਸੀਗਾ ਪੋਟੈਂਸ਼ੀਅਲ ਡਿਫਰੈਂਸ ਓਵਰ ਸਟਿੰਗ। ਇਹਦੇ ਲਈ ਕਹਿੰਦਾ ਦੇਖੋ ਡਾਇਗਰਾਮ ਦੇ ਵਿੱਚ ਦੋ ਡਾਇਗਰਾਮਸ ਥੱਲੇ ਬਣੀਆਂ ਹੋਈਆਂ, ਇੱਕ ਲੈਫਟ ਸਾਈਡ 'ਤੇ ਇੱਕ ਰਾਈਟ ਸਾਈਡ 'ਤੇ ਆ। ਦੋਨੇ ਡਾਇਗਰਾਮਸ ਧਿਆਨ ਨਾਲ ਦੇਖੋ। ਜਿਹੜੀ ਲੈਫਟ ਸਾਈਡ ਵਾਲੀ ਡਾਇਗਰਾਮ ਹੈ ਇਹਦੇ ਵਿੱਚ ਇੱਕ ਸਟਿੰਗ ਇੰਸੂਲੇਟਰ ਦਿਖਾਇਆ ਹੋਇਆ। ਇਹਦੇ ਵਿੱਚ 3 ਡਿਸਕ ਜਿਹੜੀਆਂ ਲੱਗੀਆਂ ਹੋਈਆਂ, ਮਤਲਬ ਜਿਹੜਾ ਸਟਿੰਗ ਬਣਿਆ ਹੋਇਆ, ਸਟਿੰਗ ਇੰਸੂਲੇਟਰ ਜਿਹੜਾ ਬਣਿਆ ਹੋਇਆ 3 ਡਿਸਕ ਦਾ ਆਪਾਂ ਸੀਰੀਜ਼ ਜੋੜ ਕੇ ਬਣਾਇਆ ਹੋਇਆ। ਇਹਦੇ ਬਿਲਕੁਲ ਬਾਟਮ 'ਤੇ ਦੇਖੋ ਥੱਲੇ ਇੱਕ ਕੰਡਕਟਰ ਲਿਖਿਆ ਹੋਇਆ ਅਤੇ ਟੌਪ 'ਤੇ ਲਿਖਿਆ ਟਾਵਰ। ਮਤਲਬ ਇਹ ਇੱਕ ਸਟਿੰਗ ਜਿਹੜੀ ਆ ਟਾਵਰ ਦੀ ਕ੍ਰੋਸ ਆਰਮ ਅਤੇ ਥੱਲੇ ਪਾਸੇ ਕੰਡਕਟਰ, ਇਨ ਬਿਟਵੀਨ ਜਿਹੜੀਆਂ 3 ਡਿਸਕ ਲੱਗੀਆਂ ਹੋਈਆਂ। ਇਹਦੀ ਰਾਈਟ ਸਾਈਡ 'ਤੇ ਦੇਖੋ, ਲੈਫਟ ਸਾਈਡ 'ਤੇ ਦੇਖੋ ਟੋਟਲ ਟਾਵਰ ਤੋਂ ਮਤਲਬ ਜਿਹੜੀ ਕ੍ਰੋਸ ਆਰਮ ਆ ਉੱਥੋਂ ਲੈ ਕੇ ਥੱਲੇ ਤੱਕ ਵੋਲਟੇਜ ਸ਼ੋ ਕਰਦੇ ਆ V। ਅਤੇ ਔਰ ਰਾਈਟ ਸਾਈਡ 'ਤੇ ਦੇਖੋ ਟਾਵਰ ਤੋਂ ਲੈ ਕੇ ਥੱਲੇ ਕੰਡਕਟਰ ਤੱਕ ਜਿੱਥੇ ਸੈਂਟਰ ਵਿੱਚ ਨੋਟਸ ਬਣੀਆਂ ਹੋਈਆਂ, ਇੱਕ ਥੱਲੇ ਬਿਲਕੁਲ ਨੋਟ ਬਣੀ ਹੋਈ ਆ ਜਿੱਥੇ ਕੰਡਕਟਰ ਲੱਗਾ ਹੋਇਆ, ਇੱਕ ਉਸ ਤੋਂ ਉੱਪਰ ਬਣੀ ਆ, ਇੱਕ ਉਸ ਤੋਂ ਉੱਪਰ ਬਣੀ ਆ। ਉਸ ਤੋਂ ਬਾਅਦ ਫਿਰ ਟਾਵਰ ਨਾਲ ਉਹ ਕਨੈਕਟਰ ਜੁੜਿਆ ਹੋਇਆ। ਹੁਣ ਟਾਵਰ ਤੋਂ ਲੈ ਕੇ ਪਹਿਲੀ ਨੋਟ ਤੱਕ ਇੱਕ ਵੋਲਟੇਜ ਸ਼ੋ ਕਰਦਾ, ਉਹ ਕਹਿੰਦਾ ਦੈਟ ਇਜ਼ ਦਾ V1,
ਉਸ ਤੋਂ ਬਾਅਦ ਫਿਰ ਥੱਲੇ ਪਾਸੇ ਸ਼ੋ ਕਰਦਾ ਡੈਡੀ ਦਾ V2, ਉਸ ਤੋਂ ਬਾਅਦ ਇੱਕ ਥੱਲੇ ਸ਼ੋ ਕਰਦਾ ਡੈਡੀ ਦਾ V3। ਮਤਲਬ ਡਾਇਗਰਾਮ ਅਗਰ ਧਿਆਨ ਨਾਲ ਤੁਸੀਂ ਦੇਖੋ ਤੈਨੂੰ ਇੱਥੇ ਕਲੀਅਰ ਹੋ ਜਾਊਗਾ ਕਿ ਜਿਹੜੀ ਇਹ ਟੋਟਲ ਡਿਸਕ ਆ ਇਹ ਇੱਕ ਟੋਟਲ ਸਟਿੰਗ ਜਿਹੜੀ ਹੈ ਇਹ ਇੱਕ 3 ਇੰਸੂਲੇਟਰਸ ਨੂੰ ਸੀਰੀਜ਼ 'ਚ ਕਨੈਕਟ ਕੀਤਾ ਹੈ, ਅਤੇ ਇਕੱਲੇ ਇੰਸੂਲੇਟਰ ਦੇ ਅਕਰੋਸ ਜਿਹੜੀ ਇੱਕ ਵੋਲਟੇਜ ਬਣਦੀ ਹੈਗੀ ਆ ਉਹ ਹੈ V1 V2 ਤੇ V3। ਮਤਲਬ ਜਿਹੜੀ ਟੋਟਲ ਵੋਲਟੇਜ ਆ ਡਿਸਟਰੀਬਿਊਟ ਹੋ ਜਾਂਦੀ ਆ ਤਿੰਨੇ ਜਿਹੜੇ ਆ ਉਹ ਇੰਸੂਲੇਟਰਸ ਆ ਉਹਨਾਂ ਦੇ ਅਕਰੋਸ V1 V2 V3। ਪਰ ਇਹਦੇ ਨਾਲ ਹੀ ਦੂਸਰੇ ਪਾਸੇ ਦੇਖੋ, ਦੂਸਰੇ ਪਾਸੇ ਕੀ ਹੈ ਕਿ ਰਾਈਟ ਸਾਈਡ ਤੇ ਦੇਖੋ ਜਿਹੜਾ ਇੰਸੂਲੇਟਰ ਦੀ ਡਿਸਕ ਆ ਗੱਬੇ, ਜਿਹੜਾ ਇੰਸੂਲੇਟਰ ਮਟੀਰੀਅਲ ਆ ਮਤਲਬ ਉੱਪਰ ਤੇ ਥੱਲੇ ਉਹਦੇ ਮੈਟੈਲਿਕ ਲਿੰਕ ਆ, ਗੱਬੇ ਹੈ ਡਿਸਕ, ਦੈਟ ਇਜ਼ ਦਾ ਪੋਰਸਲਿਨ ਮਟੀਰੀਅਲ ਜਿਹਨੂੰ ਆਪਾਂ ਇੰਸੂਲੇਟਰ ਕਹਿੰਦੇ ਆ, ਇੰਸੂਲੇਟਿੰਗ ਮਟੀਰੀਅਲ ਹੈ। ਹੁਣ ਦੋ ਮੈਟੈਲਿਕ ਸਟਿਪਸ ਜਿਹੜੀਆਂ ਆ ਉਹਦੇ ਗੱਬੇ ਆਪਾਂ ਅਗਰ ਇੰਸੂਲੇਸ਼ਨ ਦੇ ਦਈਏ ਮਤਲਬ ਡਾਈਲੈਕਟਿਕ ਮਟੀਰੀਅਲ ਕੋਈ ਆ ਜਾਵੇ ਤਾਂ ਉਹ ਕੀ ਬਣ ਜਾਂਦਾ ਕਪੈਸਿਟਰ। ਇਸ ਕਰਕੇ ਰਾਈਟ ਸਾਈਡ ਤੇ ਦੇਖੋ ਜਿੱਥੇ ਡਿਸਕ ਬਣੀ ਸੀ ਉਹਦੀ ਜਗ੍ਹਾ ਤੇ ਉਹਨਾਂ ਨੇ ਕਪੈਸਿਟਰ ਸ਼ੋ ਕਰਤਾ C। ਮਤਲਬ ਜਿਹੜੀ ਡਿਸਕ ਆ ਸਾਡੀ ਜਸਟ ਲਾਈਕ ਏ ਕਪੈਸਿਟਰ। ਇਹਦਾ ਮਤਲਬ ਡਾਇਗਰਾਮ ਕੀ ਬਣੀ, ਜਿਹੜੀ ਸਟਿੰਗ ਇੰਸੂਲੇਟਰ ਆ ਅਗਰ ਆਪਾਂ ਨੂੰ ਉਹਦੀ ਕ੍ਰਿਟੀਕਲ ਡਾਇਗਰਾਮ ਦੇਖੀ ਜਾਵੇ ਤਾਂ ਉਹ ਬਣ ਜਾਂਦੀ ਆ ਕਿ 3 ਕਪੈਸਿਟਰ ਸੀਰੀਜ਼ ਅਗਰ ਆਪਾਂ ਲਗਾ ਦਈਏ ਤਾਂ ਉਹ ਇਸ ਤਰ੍ਹਾਂ ਦੀ ਇਹ ਡਾਇਗਰਾਮ ਬਣ ਜਾਂਦੀ ਆ। ਕਿਉਂਕਿ ਡਿਸਕ ਦੇ ਸਾਈਜ਼, ਡਿਸਕ ਦੇ ਡਾਇਮੈਂਸ਼ਨ ਸੇਮ ਨੇ, ਇਸ ਕਰਕੇ ਤਿੰਨਾਂ ਦੀ ਕਪੈਸਿਟੀ ਦੀ ਵੈਲਿਊ ਵੀ ਸੇਮ ਆ। ਇਸ ਕਰਕੇ ਜਿਹੜਾ ਕਰੰਟ ਫਲੋ ਕਰਦਾ I ਟੋਟਲ ਲੋਡ ਕਰੰਟ ਜਿਹੜਾ ਹੈ ਮਤਲਬ ਉਸ ਸਟਰਿੰਗ ਦੇ ਵਿੱਚੋਂ ਦੀ ਫਲੋ ਕਰਦਾ ਉਹ ਹੈ I। ਉਸ ਕਰੰਟ ਕਰਕੇ ਜਿਹੜੇ ਵੋਲਟੇਜ ਡ੍ਰੌਪਸ ਹੋ ਰਿਹਾ ਦੇਖੋ ਤਿੰਨੇ ਡਿਸਕ ਦੇ ਕੋਈ ਡਿਸਕ ਬਰਾਬਰ ਹੈਗੀ ਆ, ਇਹਦੇ ਵਿੱਚ ਹੋਰ ਕੋਈ ਡਿਸਟਰਬੈਂਸ ਨਹੀਂ ਹੈ। ਇਸ ਕਰਕੇ ਤਿੰਨਾਂ ਦੇ ਕ੍ਰਾਸ ਜਿਹੜੀ ਵੋਲਟੇਜ ਆ V/3 V/3 V/3। ਮਤਲਬ ਕਹਿੰਦਾ ਵਾ ਇੱਧਰਲੇ ਪਾਸੇ V1 V2 V3 ਸੀ ਨਾ, ਤਾਂ ਅਗਰ ਆਪਾਂ ਰਾਈਟ ਸਾਈਡ ਵਾਲੀ ਡਾਇਗਰਾਮ ਦੇਖੀਏ ਤਾਂ V1 = V3 V1 = V2 V3। ਮਤਲਬ ਤਿੰਨਾਂ ਦੇ ਕ੍ਰਾਸ ਜਿਹੜੀ ਵੋਲਟੇਜ ਡ੍ਰੌਪਸ ਨੇ ਇਸ ਕੰਡੀਸ਼ਨ ਦੇ ਵਿੱਚ ਵੋਲਟੇਜ ਡ੍ਰੌਪਸ ਜਿਹੜੇ ਬਰਾਬਰ ਹੋਣਗੇ। ਮਤਲਬ ਜੋ ਵੋਲਟੇਜ ਡ੍ਰੌਪਸ ਬਣਦੇ ਆ ਜਿੰਨੇ ਵੀ ਬਣਦੇ ਆ ਤਿੰਨੇ ਡਿਸਕ ਦੇ ਵਿੱਚ ਬਰਾਬਰ ਹੋਣਗੇ। ਠੀਕ ਹੈ, ਹੁਣ ਦੇਖੋ ਆਪਾਂ ਪੜ੍ਹਦੇ ਕੀ ਕਹਿੰਦਾ, ਇਨ ਸਟਿੰਗ ਇੰਸੂਲੇਟਰ ਪੋਰਸਲਿਨ ਡਿਸਕ ਰਿਮੇਨ ਇਨ ਬਿਟਵੀਨ ਦਾ ਮੈਟੈਲਿਕ ਲਿੰਕਸ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਟਿੰਗ ਇੰਸੂਲੇਟਰ ਦੇ ਵਿੱਚ ਪੋਰਸਲਿਨ ਡਿਸਕ ਜਿਹੜੀ ਆ ਦੋਨੇ ਮੈਟੈਲਿਕ ਰਿੰਗਸ ਦੇ ਵਿੱਚ ਗੱਬੇ ਹੁੰਦੀ ਆ। ਤੁਸੀਂ ਰਾਈਟ ਸਾਈਡ ਵਾਲੀ ਲੈਫਟ ਸਾਈਡ ਵਾਲੀ ਡਾਇਗਰਾਮ ਦੇਖ ਸਕਦੇ ਹੋ। ਦੇਅਰਫੋਰ ਕਹਿੰਦਾ ਈਚ ਡਿਸਕ ਐਕਟਸ ਐਜ਼ ਕਪੈਸਿਟਰ। ਇਸ ਕਰਕੇ ਕੱਲੀ ਡਿਸਕ ਜਿਹੜੀ ਆ ਉਹਨੂੰ ਆਪਾਂ ਐਜ਼ ਏ ਕਪੈਸਿਟਰ ਮੰਨ ਕੇ ਚੱਲਦੇ ਹਾਂ। ਉਹ ਤੁਸੀਂ ਹੁਣ ਰਾਈਟ ਵਾਲੀ ਡਾਇਗਰਾਮ ਜਿਹੜੀ ਆ ਉਹਦੇ 'ਚ ਤੁਹਾਨੂੰ ਕਲੀਅਰ ਹੋ ਜਾ। ਦੇਖੋ ਇੱਕ ਡਿਸਕ ਦੂਜੇ ਪਾਸੇ ਉਹਦਾ ਕਪੈਸਿਟਰ, ਇੱਧਰ ਸੈਂਟਰ ਵਾਲੀ ਡਿਸਕ ਸੈਂਟਰ ਵਾਲਾ ਕਪੈਸਿਟਰ, ਥੱਲੇ ਦੀ ਡਿਸਕ ਤੇ ਥੱਲੇ ਵਾਲਾ ਕਪੈਸਿਟਰ। Therefore, if we draw the equivalent circuit for a suspension insulator, it will be as shown in figure B। ਕਹਿੰਦਾ ਅਗਰ ਆਪਾਂ ਹੁਣ ਇਹਦਾ ਇਕੁਇਵਲੈਂਟ ਸਰਕਟ ਦੇਖੀਏ ਚੇਜ ਸਟਿੰਗ ਦਾ ਇਕੁਇਵਲੈਂਟ ਸਰਕਟ ਤਾਂ ਉਹ ਬਣ ਜਾਂਦਾ 3 ਕਪੈਸਿਟਰ ਇਨ ਸੀਰੀਜ਼। ਇਸ ਡਿਸਕ ਨੇ ਅਗਰ 4 ਹੋਣਗੇ ਤਾਂ 4, 6 ਹੋਣਗੇ ਤਾਂ 6, 10 ਡਿਸਕ ਹੋਣਗੇ ਤਾਂ 10 ਕਪੈਸਿਟਰ ਇਨ ਸੀਰੀਜ਼। ਇਸ ਤਰ੍ਹਾਂ ਇਹ ਜਿਹੜੀ ਡਾਇਗਰਾਮ ਆ ਇਹ ਸਾਨੂੰ ਸ਼ੋ ਕਰਦੀ ਹੈ ਕਿ ਪੋਟੈਂਸ਼ੀਅਲ ਡਿਫਰੈਂਸ ਨਾਰਮਲ ਕੇਸ ਵਿੱਚ ਕਿੱਦਾਂ ਹੁੰਦਾ। ਹੁਣ ਆਪਾਂ ਪਰ ਅੱਗੇ ਪੜ੍ਹਦੇ ਹਾਂ, ਇਹਦਾ ਨਾਰਮਲ ਕੇਸ ਹੈ ਨਾ। ਹੁਣ ਨੈਕਸਟ ਦੇਖਦੇ ਹਾਂ ਆਪਾਂ ਕਿਸ ਤਰ੍ਹਾਂ ਦਾ ਹੈ ਇਹ ਹੈ। ਹੁਣ ਦੇਖੋ ਕਹਿੰਦਾ ਦਸ ਵੈਨ ਸੱਚ ਟਾਈਪ ਆਫ ਇੰਸੂਲੇਟਰਸ ਇਜ਼ ਕਨੈਕਟਡ ਟੂ ਹੋਲਡ ਏ ਪਾਵਰ ਕੰਡਕਟਰ ਕੈਰਿੰਗ ਇਲੈਕਟ੍ਰੀਕਲ ਪਾਵਰ ਐਟ ਹਾਈ ਵੋਲਟੇਜ ਕੌਮਾ ਚਾਰਜਿੰਗ ਕਰੰਟ ਵਿਲ ਫਲੋ ਥਰੂ ਸੀਰੀਜ਼ ਕਨੈਕਟਡ ਕਪੈਸਿਟਰਸ। ਜਿੱਦਾਂ ਆਪਾਂ ਪਹਿਲਾਂ ਡਾਇਗਰਾਮ 'ਚ ਦੇਖਿਆ, ਕਹਿੰਦਾ ਅਗਰ ਆਪਾਂ ਇਸ ਸਿਸਟਮ ਨੂੰ ਇਸ ਸਟਰਿੰਗ ਨੂੰ ਆਪਾਂ ਸਿਸਟਮ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਵੋਲਟੇਜ ਅਪਲਾਈ ਕਰਦੇ ਹਾਂ ਤਾਂ ਉਹਦੇ ਵਿੱਚੋਂ ਇੱਕ ਚਾਰਜਿੰਗ ਕਰੰਟ ਜਿਹੜਾ ਤਿੰਨਾਂ ਜਿਹੜੀ ਸਟਰਿੰਗ ਦੇ ਵਿੱਚੋਂ ਦੀ ਪਾਸ ਆਊਟ ਕਰਦਾ, ਜਿਹੜਾ ਕਿ ਆਪਾਂ ਡਾਇਗਰਾਮ 'ਚ ਦੇਖਿਆ ਸੀ I ਕਰੰਟ ਜਿਹੜਾ ਪਾਸ ਆਊਟ ਹੋਊਗਾ ਜਿਹੜੀਆਂ ਸੀਰੀਜ਼ ਵਿੱਚ ਕਪੈਸਿਟਰਸ ਲੱਗੇ ਹੋਏ ਆ। ਕਹਿੰਦਾ ਐਜ਼ ਚਾਰਜਿੰਗ ਕਰੰਟ ਥਰੂ ਈਚ ਦਾ ਕਪੈਸਿਟਰ ਇਜ਼ ਸੇਮ, ਕਿਉਂਕਿ ਹੁਣ ਇੱਕ ਸੀਰੀਜ਼ 'ਚ ਲੱਗਾ ਆ ਤਾਂ ਸੀਰੀਜ਼ ਵਾਲੇ ਸਰਕਟ ਦੇ ਵਿੱਚ ਕਰੰਟ ਜਿਹੜਾ ਉਹ ਸੇਮ ਹੁੰਦਾ। ਦੇਅਰਫੋਰ ਦਾ ਪੋਟੈਂਸ਼ੀਅਲ ਡਿਸਟ੍ਰੀਬਿਊਸ਼ਨ ਅਕ੍ਰੋਸ ਈਚ ਪੋਰਸਲਿਨ ਡਿਸਕ ਵਿਲ ਬੀ ਸੇਮ। ਹੁਣ ਕਿਉਂਕਿ ਕਰੰਟ ਸੇਮ ਆ ਬਟ ਨਾਲ ਜਿਹੜੇ ਕਪੈਸਿਟਰ ਜਿਹੜੇ ਡਿਸਕ ਆ ਉਹਦਾ ਸਾਈਜ਼ ਇਸ ਕਰਕੇ ਕਪੈਸਿਟਰ ਵੀ ਸੇਮ ਆ। ਇਸ ਕਰਕੇ ਕਹਿੰਦਾ ਦੇਅਰਫੋਰ ਦਾ ਪੋਟੈਂਸ਼ੀਅਲ ਡਿਸਟ੍ਰੀਬਿਊਸ਼ਨ ਅਕ੍ਰੋਸ ਈਚ ਪੋਰਸਲਿਨ ਡਿਸਕ ਵਿਲ ਬੀ ਸੇਮ। ਤਾਂ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਉਹ ਬਿਲਕੁਲ ਸੇਮ ਹੋਏਗਾ ਜਿੱਦਾਂ ਕਿ ਆਪਾਂ ਪਹਿਲਾਂ ਡਾਇਗਰਾਮ 'ਚ ਦੇਖਿਆ ਸੀ ਰਾਈਟ ਸਾਈਡ ਵਾਲੀ 'ਚ V/3 ਤਿੰਨੇ ਡਿਸਕ ਦੇ ਅਕ੍ਰੋਸ V/3 ਜਿਹੜਾ ਉਹ ਵੋਲਟੇਜ ਡ੍ਰੌਪਸ ਹੁੰਦੇ ਆ। ਦੈਟ ਇਜ਼ ਈਚ ਪੋਰਸਲਿਨ ਡਿਸਕ ਵਿਲ ਹੈਵ ਇਕੁਅਲ ਵੋਲਟੇਜ ਸਟ੍ਰੈਸ। ਮਤਲਬ ਵੋਲਟੇਜ ਸਟ੍ਰੈਸ ਜਿਹੜੀ ਹੈ ਮਤਲਬ ਵੋਲਟੇਜ ਕਰਕੇ ਜਿਹੜੀ ਸਟ੍ਰੈਸ ਪੈਂਦੀ ਆ ਉਹ ਸਾਰੀਆਂ ਡਿਸਕ ਦੇ ਉੱਤੇ ਬਰਾਬਰ ਪਏਗੀ ਇਸ ਵਾਲੇ ਕੇਸ 'ਚ। ਲੈਟ ਅਸ ਅਸਿਊਮ ਦੈਟ ਦਾ ਵੋਲਟੇਜ ਐਟ ਵਿਚ ਪਾਵਰ ਕੰਡਕਟਰ ਕੈਰਿੰਗ ਇਲੈਕਟ੍ਰੀਕਲ ਪਾਵਰ ਵਿਲ ਬੀ B। ਉਹਦਾ ਤਾਂ ਜਿੱਦਾਂ ਆਪਾਂ ਪਹਿਲਾਂ ਦੇਖਿਆ ਕਹਿੰਦਾ V ਪਾਵਰ ਮੰਨ ਲਓ V ਜਿਹੜੀ ਵੋਲਟੇਜ ਹੈਗੀ ਸਾਡੇ ਪਾਵਰ ਸਿਸਟਮ ਦੀ ਜੋ ਜਾ ਰਹੀ ਹੈਗੀ ਆ। ਦੈਨ ਫॉर ਸਸਪੈਂਸ਼ਨ ਇੰਸੂਲੇਟਰ ਪੋਟੈਂਸ਼ੀਅਲ ਅਕ੍ਰੋਸ ਈਚ ਕਪੈਸਿਟਰ ਦੈਟ ਇਜ਼ ਪੋਰਸਲਿਨ ਡਿਸਕ ਵਿਲ ਬੀ V/3। ਮਤਲਬ ਕਹਿੰਦਾ ਕਿਉਂਕਿ ਵੋਲਟੇਜ V ਹੈ
ਕਪੈਸਿਟਰਸ ਦੀ ਵੈਲਿਊ ਸੇਮ ਹੈ, ਤਿੰਨੇ ਜਿਹੜੇ ਕਪੈਸਿਟਰ ਸੀਰੀਜ਼ 'ਚ ਲੱਗੇ ਆ। ਇਸ ਕਰਕੇ ਕਹਿੰਦਾ ਕੱਲੇ ਦੇ ਕ੍ਰੋਸ ਜਿਹੜੀ ਡਿਸਕ ਪੋਰਸ਼ਨ ਡਿਸਕ ਦੇ ਕ੍ਰੋਸ ਜਿਹੜੀ ਵੋਲਟੇਜ ਆਏਗੀ ਉਹ ਆਊਗੀ V/3, ਕਿਉਂਕਿ 3 ਕਪੈਸਿਟਰ ਆ। ਅਗਰ ਇਹ 4 ਹੁੰਦੇ ਤਾਂ V/4 ਹੋ ਜਾਣੀ, ਅਗਰ 5 ਹੁੰਦੇ ਤਾਂ V/5 ਹੋ ਜਾਣੀ ਸੀ। ਇਸ ਤਰ੍ਹਾਂ ਹੈ ਇਹ ਜਿਹੜਾ ਡਿਸਟਰੀਬਿਊਸ਼ਨ ਹੁੰਦੀ ਨੋਰਮਲ ਕੇਸ 'ਚ। ਪਰ ਬਟ ਐਕਚੁਅਲੀ ਥਿੰਗਸ ਡੂ ਨਾਟ ਵਰਕ ਐਜ਼ ਵੀ ਥਿੰਕ ਨੋਰਮਲੀ। ਆਮ ਤੌਰ 'ਤੇ ਪਰ ਕਹਿੰਦਾ ਇਸ ਤਰ੍ਹਾਂ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਹੁਣ ਦੇਖੋ ਆਪਾਂ ਅੱਗੇ ਪੜ੍ਹਦੇ ਹਾਂ। ਕਹਿੰਦਾ ਹੇਅਰ ਆਲਸੋ ਇਨ ਕੇਸ ਆਫ ਸਸਪੈਂਸ਼ਨ ਇੰਸੂਲੇਟਰ the potential gradient across each disk is not same, rather the disk near to power conductor will face highest voltage stress while the disk nearer to the tower body will face to lowest voltage stress। ਕਹਿੰਦਾ ਕਿ ਐਕਚੁਅਲ ਇਸ ਤਰ੍ਹਾਂ ਹੈ ਪੰਨੇ ਹੁੰਦਾ ਕਿ ਤਿੰਨੇ ਡਿਸਕ ਦੇ ਉੱਤੇ ਬਰਾਬਰ ਵੋਲਟੇਜ ਰਵੇ। ਫਿਰ ਹੁੰਦਾ ਕੀ ਆ? ਕਹਿੰਦਾ ਪ੍ਰੈਕਟੀਕਲੀ ਕੀ ਹੁੰਦਾ ਆ ਕਿ ਜਿਹੜੀ ਕੰਡਕਟਰ ਵਾਲੇ ਪਾਸੇ ਡਿਸਕ ਲੱਗੀ ਹੁੰਦੀ ਆ ਉਹਦੇ ਕ੍ਰੋਸ ਮੈਕਸਿਮਮ ਵੋਲਟੇਜ ਡ੍ਰੌਪਸ ਹੁੰਦੇ ਨੇ, ਅਤੇ ਜਿਹੜੀ ਟਾਵਰ ਦੀ ਕ੍ਰੋਸ ਆਰਮ ਦੇ ਕ੍ਰੋਸ ਜਿਹੜੇ ਲਾਗੇ ਜਿਹੜੀ ਪਹਿਲੀ ਡਿਸਕ ਹੁੰਦੀ ਆ ਉਹਦੇ 'ਤੇ ਬਿਲਕੁਲ ਮਿਨੀਮਮ ਵੋਲਟੇਜ ਡ੍ਰੌਪਸ ਹੁੰਦੇ ਆ। ਮਤਲਬ ਇਸ ਕਰਕੇ ਕੀ ਆ? ਕਹਿੰਦਾ ਕਿ ਆਮ ਤੌਰ 'ਤੇ ਵੋਲਟੇਜ ਜਿਹੜੇ ਡ੍ਰੌਪਸ ਨੇ ਇਕੁਅਲ ਨਹੀਂ ਹੁੰਦੇ, ਇਕੁਅਲ ਡਿਸਟਰੀਬਿਊਟ ਨਹੀਂ ਹੁੰਦੇ ਹੈਗੇ, ਅਨਇਕੁਅਲ ਡਿਸਟਰੀਬਿਊਟ ਹੁੰਦੇ ਆ। ਕੰਡਕਟਰ ਵਾਲੀ ਡਿਸਕ ਦੇ ਵਿੱਚ ਮੈਕਸਿਮਮ ਹੁੰਦੇ ਆ, ਅਤੇ ਟਾਵਰ ਦੀ ਕ੍ਰੋਸ ਆਰਮ ਵਾਲੀ ਜਿਹੜੀ ਡਿਸਕ ਹੁੰਦੀ ਜਿਹੜੀ ਆਪਾਂ ਟਾਵਰ ਦੇ ਨਾਲ ਅਟੈਚ ਕੀਤੀ ਹੈ ਉੱਥੋਂ ਜਿਹੜੀ ਡਿਸਕ ਸ਼ੁਰੂ ਕਰੀਏ ਤਾਂ ਉੱਤੇ ਮਿਨੀਮਮ ਹੁੰਦੇ ਆ। ਕਿਸ ਤਰ੍ਹਾਂ ਹੁੰਦੇ ਆ ਇਹ ਆਪਾਂ ਹੁਣ ਅਗਲੇ ਸਟੈਪ 'ਚ ਦੇਖਦੇ ਹਾਂ। ਦੇਖੋ ਹੁਣ ਥੱਲੇ ਇੱਕ ਡਾਇਗਰਾਮ ਬਣੀ ਹੋਈ ਆ। ਪਹਿਲਾਂ ਆਪਾਂ ਡਾਇਗਰਾਮ ਨੂੰ ਸਮਝਦੇ ਹਾਂ। ਡਾਇਗਰਾਮ ਦੇ ਧਿਆਨ ਨਾਲ ਦੇਖੋ, ਧਿਆਨ ਬਿਲਕੁਲ ਡਾਇਗਰਾਮ ਦੇ ਉੱਤੇ ਲੈ ਕੇ ਆਓ, ਹੋਰ ਕਿਸੇ ਪਾਸੇ ਨਹੀਂ ਧਿਆਨ ਦੇਣਾ। ਦੇਖੋ ਜੇ ਤੁਸੀਂ ਡਾਇਗਰਾਮ ਦਾ ਰਾਈਟ ਸਾਈਡ ਵਾਲਾ ਪਾਸਾ ਦੇਖਿਆ ਜਾਵੇ ਜਿੱਥੇ ਵੋਲਟੇਜ ਵਗੈਰਾ ਲਿਖਿਆ ਉਹਨੂੰ ਛੱਡ ਕੇ ਜਿੱਥੇ ਕਪੈਸਿਟਰ ਬਣੇ ਆ ਤਾਂ ਉਹ ਵਾਲੀ ਸਾਈਡ ਦੇਖੀ ਜਾਵੇ ਤਾਂ ਤੁਸੀਂ ਦੇਖੋਗੇ ਉਹ 3 ਕਪੈਸਿਟਰ ਬਣੇ ਆ, C, ਫਿਰ ਸੈਕੰਡ C, ਫਿਰ ਉੱਪਰਲਾ C। 3 ਕਪੈਸਿਟਰ ਸੀਰੀਜ਼ 'ਚ ਲੱਗੇ ਹੋਏ ਆ ਜਿੱਦਾਂ ਕਿ ਆਪਾਂ ਪਹਿਲਾਂ ਦੇਖਿਆ। ਇਹ ਹੈ ਡਿਸਕ ਦਾ ਕਪੈਸਿਟਰ, ਜਿਹੜੀ ਡਿਸਕ ਕਰਕੇ ਕਪੈਸਿਟਰ ਬਣਿਆ ਉਹ ਕਪੈਸਿਟਰ ਇਨ ਸੀਰੀਜ਼ ਲੱਗੇ ਹੋਏ ਆ। 1 2 3 ਕਪੈਸਿਟਰ। ਇਸ ਕਰਕੇ ਕਪੈਸਿਟਰਸ ਦੀ ਰਾਈਟ ਸਾਈਡ ਦੇ ਉੱਤੇ C ਤਾਂ ਉਹਦੀ ਰਾਈਟ ਸਾਈਡ 'ਤੇ ਦੇਖੋ ਵੋਲਟੇਜ ਲਿਖੀ ਹੈ ਕਿੰਨੀ। ਪਹਿਲੇ ਕਪੈਸਿਟਰ ਦੇ ਕ੍ਰੋਸ ਜਿਹੜੀ ਕ੍ਰੋਸ ਆਰਮ ਤੋਂ ਉੱਪਰੋਂ ਸ਼ੁਰੂ ਹੁੰਦਾ ਉਹਦੇ 'ਚ ਦੇਖੋ ਪਹਿਲੇ 'ਤੇ ਲਿਖਿਆ V1, ਫਿਰ ਸੈਂਟਰ ਵਾਲੇ 'ਤੇ ਲਿਖਿਆ V2 ਅਤੇ ਥਰਡ 'ਤੇ ਲਿਖਿਆ V3। ਹੁਣ ਮਤਲਬ ਕ੍ਰੋਸ ਆਰਮ ਫਿਰ ਕਪੈਸਿਟਰ ਫਿਰ ਨੋਟ ਜਿੱਥੇ ਜੁਆਇੰਟ ਹੋਣਾ ਦੋਨਾਂ ਡਿਸਕ ਦਾ ਆਪਸ, ਉੱਥੇ ਤੱਕ ਵੋਲਟੇਜ ਹੈਗੀ V1। ਉਸ ਤੋਂ ਬਾਅਦ ਉੱਪਰਲੀ ਡਿਸਕ ਦਾ ਜੋ ਥੱਲੇ ਡਿਸਕ ਨਾਲ ਜਿਹੜਾ ਜੁਆਇੰਟ ਆ ਉੱਥੋਂ ਲੈ ਕੇ ਦੂਜੀ ਡਿਸਕ ਦਾ ਜਿਹੜੀ ਤੀਜੀ ਡਿਸਕ ਨਾਲ ਜੁਆਇੰਟ ਹੈਗਾ ਉੱਥੇ ਤੱਕ ਇਹ ਵੋਲਟੇਜ ਹੈਗੀ ਆ V2। ਉਸ ਤੋਂ ਬਾਅਦ ਦੂਜੀ ਡਿਸਕ ਦਾ ਜਿਹੜਾ ਜੁਆਇੰਟ ਤੀਜੀ ਡਿਸਕ ਨਾਲ ਲੱਗਾ ਉਹ ਤੋਂ ਲੈ ਕੇ ਕੰਡਕਟਰ ਤੱਕ ਦੀ ਜਿਹੜੀ ਵੋਲਟੇਜ ਆ ਉਹ ਹੈ V3। ਇਹ 3 ਵੋਲਟੇਜਸ। ਪਰ ਹੁਣ ਕਿਉਂਕਿ ਐਕਚੁਅਲ ਇੱਦਾਂ ਨਹੀਂ ਹੁੰਦਾ ਤਾਂ ਫਿਰ ਕੀ ਹੁੰਦਾ? ਦੇਖੋ ਡਾਇਗਰਾਮ ਬਣੀ ਹੋਈ ਹੈ ਉਹਦੇ 'ਚ ਹੁਣ ਇਹਨੇ ਕਲੀਅਰ ਕੀਤਾ ਕਿ ਬਿਲਕੁਲ ਲੈਫਟ ਸਾਈਡ ਦੇ ਉੱਤੇ ਦੇਖੋ ਜਿਹੜਾ ਇੱਕ ਅਰਥਿੰਗ ਇੱਦਾਂ ਬਣਾਈ ਹੋਈ ਹੈ ਥੱਲੇ ਲਾਈਨ ਲਾਈ ਹੈ ਦੈਟ ਇਜ਼ ਦਾ ਟਾਵਰ। ਟਾਵਰ ਦੇ ਨਾਲ ਉੱਪਰਲੇ ਪਾਸੇ ਬਣੀ ਹੋਈ ਆ ਕ੍ਰੋਸ ਆਰਮ ਜਿੰਨਾ ਉਹ ਇੰਸੂਲੇਟਰ ਅਟੈਚ ਹੈਗਾ। ਹੁਣ ਟਾਵਰ ਦੀ ਬੋਡੀ ਅਤੇ ਕ੍ਰੋਸ ਆਰਮ ਜਿਹੜੀ ਇਹ ਕੰਪਲੀਟ ਇੱਕ ਮਤਲਬ ਪਾਥ ਹੈਗਾ, ਇਹ ਮੈਟੈਲਿਕ ਪਾਥ ਹੈਗਾ। ਹੁਣ ਕਿਉਂਕਿ ਇਹਨਾਂ ਮੈਟੈਲਿਕ ਪਾਥ ਅਤੇ ਕੰਡਕਟਰ ਦੇ ਇਨ ਬਿਟਵੀਨ ਜਿਹੜਾ ਆ ਉਹ 에ਅਰ ਗੈਪ ਹੈ। ਇਹ 에ਅਰ ਗੈਪ ਡਾਇਲੈਕਟਿਕ ਸਟਰੈਂਥ ਮਤਲਬ ਡਾਇਲੈਕਟਿਕ ਮਟੀਰੀਅਲ ਸ਼ੋ ਕਰਦਾ ਹੈਗਾ। ਇਸ ਕਰਕੇ ਦੋ ਮੈਟੈਲਿਕ ਹੁਣ ਇੱਧਰਲੇ ਪਾਸੇ ਦੇਖੋ V1 V2 V3 ਵੋਲਟੇਜਸ ਵੀ ਜਨਰੇਟ ਹੋ ਰਹੀਆਂ ਅਤੇ ਟਾਵਰ ਜਿਹੜਾ ਅਰਥ ਹੈਗਾ। ਇਸ ਕਰਕੇ ਇਹਦੇ ਵਿੱਚ ਵੀ ਇੱਕ ਕਪੈਸਿਟਰ ਬਣੇਗਾ, ਕੱਲੀ ਡਿਸਕ ਦੇ ਕ੍ਰੋਸ ਕਪੈਸਿਟਰ ਬਣੇਗਾ। ਦੇਖੋ C1 ਉੱਪਰ ਤੱਕ ਗਿਆ ਹੈਗਾ। ਐਕਚੁਅਲੀ ਹੈ C3 C2 ਅਤੇ C1 3 ਕਪੈਸਿਟਰਸ ਬਣੇ ਆ, ਲੇਕਿਨ C1 ਲਿਖਿਆ। ਚਲੋ ਤਿੰਨੇ ਕਪੈਸਿਟਰ ਜਿਹੜੇ ਇਹ ਕਪੈਸਿਟਰ ਕਿਹੜੇ ਆ? ਦੈਟ ਇਜ਼ ਦਾ ਸ਼ੰਟ ਕਪੈਸਿਟਰ। ਦੇਖੋ ਇਹ ਵਾਲੇ ਜਿਹੜੇ ਪਹਿਲੇ ਰਾਈਟ ਸਾਈਡ 'ਤੇ ਆਪਾਂ ਡਿਸਕ ਦੇ ਕਪੈਸਿਟਰ ਉਹ ਹੈਗੇ ਸੀਰੀਜ਼ ਕਪੈਸਿਟਰ ਕਿਉਂਕਿ ਸੀਰੀਜ਼ 'ਚ ਜੁੜੇ ਹੋਏ ਆ। ਹੁਣ ਇਹ ਇੱਕ ਮੈਟੈਲਿਕ ਨੂੰ ਦੂਜੀ ਮੈਟੈਲਿਕ ਮਟੀਰੀਅਲ ਜਿਹੜਾ ਆ ਉਹਦੇ ਇਨ ਬਿਟਵੀਨ ਗੈਪ ਹੈ ਦੈਟ ਇਜ਼ ਡਾਇਲੈਕਟਿਕ ਸਟਰੈਂਥ 에ਅਰ ਗੈਪ ਹੈ, ਉਹਦੇ ਕਰਕੇ ਵੀ ਇੱਕ ਕਪੈਸਿਟਰ ਬਣਦਾ ਹੈਗਾ। ਪਹਿਲਾ ਕਪੈਸਿਟਰ ਸਭ ਤੋਂ ਥੱਲੇ ਦਾ ਉਹਦਾ ਬਣਿਆ C1 ਦੈਟ ਇਜ਼ ਸ਼ੰਟ ਕਪੈਸਿਟਰ, ਫਿਰ ਦੂਜਾ ਬਣਿਆ ਦੈਟ ਇਜ਼ ਆਲਸੋ ਸ਼ੰਟ ਕਪੈਸਿਟਰ, ਫਿਰ ਤੀਜਾ ਬਣਿਆ ਦੈਟ ਇਜ਼ ਆਲਸੋ ਸ਼ੰਟ ਕਪੈਸਿਟਰ। ਮਤਲਬ ਹੁਣ ਕੀ ਹੋਇਆ ਕਿ 6 ਕਪੈਸਿਟਰਸ ਬਣਦੇ ਇਸ ਕੇਸ 'ਚ, 3 ਸੀਰੀਜ਼ 'ਚ ਔਰ 3 ਵਾਲੇ ਜਿਹੜੇ ਉਹ ਸ਼ੰਟ ਕਪੈਸਿਟਰ ਹੈਗੇ। ਇਸ ਤਰ੍ਹਾਂ ਸਰਕਟ ਬਣਦਾ। ਹੁਣ ਆਪਾਂ ਪੜ੍ਹਦੇ ਉੱਪਰ ਦੇਖੋ ਕਹਿੰਦਾ ਐਕਚੁਅਲੀ ਇਨ ਐਡੀਸ਼ਨ ਟੂ ਸੈਲਫ ਕਪੈਸਿਟੈਂਸ ਆਫ ਪੋਰਸਲਿਨ ਡਿਸਕ, ਜਿਹਨੂੰ ਆਪਾਂ ਸੀਰੀਜ਼ ਕਪੈਸਿਟਰ ਗਿਆ ਸੈਲਫ ਕਪੈਸਿਟੈਂਸ ਆਪਣੇ ਆਪ 'ਚ ਬਣਿਆ ਹੋਇਆ, ਆਪਾਂ ਨੇ ਕੁਛ ਕੀਤਾ ਪੋਰਸਲਿਨ ਡਿਸਕ there also exist capacitor in between metallic link of suspension insulator and grounded tower body। ਮਤਲਬ grounded tower body ਦਾ
ਤੇ ਸਸਪੈਂਸ਼ਨ ਇੰਸੂਲੇਟਰ ਦੇ ਵਿੱਚ ਵੀ ਇੱਕ ਕਪੈਸਿਟੈਂਸ ਬਣਿਆ ਹੋਇਆ ਹੈ ਐਂਡ ਦਿਸ ਕਪੈਸਿਟੈਂਸ ਇਜ਼ ਨੋਨ ਐਜ ਸ਼ੰਟ ਕਪੈਸਿਟੈਂਸ। ਹੁਣ ਦੋ ਤਰ੍ਹਾਂ ਦੇ ਕਪੈਸਿਟਰ ਹੋ ਗਏ, ਇੱਕ ਸੀਰੀਜ਼ ਕਪੈਸਿਟਰ ਹੋ ਗਿਆ, ਇੱਕ ਸ਼ੰਟ ਕਪੈਸਿਟੈਂਸ ਬਣ ਗਏ। ਨਾਓ ਡਿਊ ਟੂ ਦਿਸ ਸ਼ੰਟ ਕਪੈਸਿਟੈਂਸ the charging current through each porcelain disc will no longer be same। ਹੁਣ ਤੁਸੀਂ ਆਪਾਂ ਦੇਖਦੇ ਹਾਂ ਕਿ ਚਲੋ will be same, rather it will decrease as we move from disc near to power conductor to the disc farthest from the power conductor as shown in figure। ਦੇਖੋ ਥੱਲੇੋਂ ਵੋਲਟੇਜ ਹੈ ਨੈਚੁਰਲ ਤੇ ਉੱਪਰਲਾ ਪਾਸਾ ਜਿਹੜਾ ਅਰਥ ਹੈ ਨੈਚੁਰਲ ਵੋਲਟੇਜ ਤੋਂ ਹਾਈ ਵੋਲਟੇਜ ਤੋਂ ਜ਼ੀਰੋ ਪੋਟੈਂਸ਼ੀਅਲ ਹਾਈ ਪੋਟੈਂਸ਼ੀਅਲ ਤੋਂ ਜ਼ੀਰੋ ਪੋਟੈਂਸ਼ੀਅਲ ਵੱਲ ਨੂੰ ਕਰੰਟ ਜਾਏਗਾ। ਇਸ ਕਰਕੇ ਹੁਣ ਥੱਲਿਓ ਬਿਲਕੁਲ ਬਿਲਕੁਲ ਥੱਲੜਾ ਪੁਆਇੰਟ ਜਿੱਥੇ ਵੀ ਲਿਖਿਆ ਡਾਇਗਰਾਮ ਵੱਲ ਧਿਆਨ ਦਿਓ, ਜਿੱਥੇ ਵੀ ਲਿਖਿਆ ਉੱਥੋਂ ਸ਼ੁਰੂ ਕਰੋ ਉੱਪਰ ਨੂੰ। ਹੁਣ ਜਦੋਂ ਆਪਾਂ ਨੂੰ ਜਾਵਾਂਗੇ ਸਭ ਤੋਂ ਪਹਿਲਾਂ ਕਿਹੜਾ ਹੁੰਦਾ ਸ਼ੰਟ ਕਪੈਸਿਟੈਂਸ, ਸਭ ਤੋਂ ਪਹਿਲਾਂ ਕਿਹੜਾ ਹੁੰਦਾ ਸ਼ੰਟ ਕਪੈਸਿਟੈਂਸ। ਹੁਣ ਇਹ ਸ਼ੰਟ ਕਪੈਸਿਟੈਂਸ ਨੂੰ ਇੱਕ ਚਾਰਜਿੰਗ ਕਰੰਟ ਜਾਏਗਾ ਨੈਚੁਰਲ ਜਾਏਗਾ ਦੈਟ ਇਜ਼ ਸਮਾਲ I3। ਦੇਖੋ ਲਿਖਿਆ ਹੋਇਆ ਸਮਾਲ I3। ਹੁਣ ਇਸੇ ਪੁਆਇੰਟ ਤੋਂ ਉੱਪਰ ਨੂੰ ਜਾਓ ਤਾਂ ਕਪੈਸਿਟੈਂਸ ਪਹਿਲਾ ਕਪੈਸਿਟਰ ਆਉਂਦਾ ਹੈਗਾ C, ਤਾਂ ਇਹਦੇ ਵਿੱਚੋਂ ਦੀ ਵੀ ਚਾਰਜਿੰਗ ਕਰੰਟ ਫਲੋ ਕਰੂਗਾ, ਉਹ ਹੈ ਕੈਪੀਟਲ I3। ਕਿਉਂਕਿ ਮੇਨ ਕਰੰਟ ਪਹਿਲਾਂ ਜਦੋਂ ਆਪਾਂ ਸ਼ੰਟ ਕਪੈਸਿਟਰ ਨਹੀਂ ਕੰਸੀਡਰ ਕੀਤੇ ਸੀ ਤਾਂ ਮੇਨ ਕਰੰਟ ਉੱਪਰ ਨੂੰ ਜਾ ਰਿਹਾ ਸੀ I, ਪਰ ਉਹ ਹੁਣ I ਨਹੀਂ ਰਿਹਾ, ਉਹ ਬਣ ਗਿਆ I3। ਤੀਜੇ ਕਪੈਸਿਟੈਂਸ ਜਿਹੜਾ ਕਰੰਟ ਜਾਂਦਾ ਸੀਰੀਜ਼ ਵਿੱਚ ਉਹਨੂੰ ਆਪਾਂ ਕੈਪੀਟਲ I3 ਮੰਨ ਕੇ ਚੱਲਦੇ ਹਾਂ, ਤੇ ਜਿਹੜਾ ਸ਼ੰਟ ਵਿੱਚ ਜਾਂਦਾ ਹੈਗਾ ਪਹਿਲੇ ਕਿਸੇ ਕਪੈਸਿਟਰ ਜਿਹੜਾ ਉਹ 'ਚ ਜਿਹੜਾ ਕਰੰਟ ਜਾਂਦਾ ਉਹਨੂੰ ਆਪਾਂ ਸਮਾਲ I3 ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ। ਹੁਣ ਇਸ ਤੋਂ ਉੱਪਰ ਚਲੀਏ। ਹੁਣ ਇਸ ਤੋਂ ਉੱਪਰ I3 ਦੇ ਉੱਤੇ ਮੂਹਰੇ ਨੋਟ ਆ ਗਈ ਇੱਕ, ਇਹਦਾ ਮਤਲਬ ਹੁਣ ਥੱਲਿਓਂ ਕਰੰਟ ਜਾਂਦਾ I3 ਬਟ ਉੱਪਰ ਆ ਗਿਆ ਦੂਜੇ ਨੰਬਰ ਵਾਲਾ ਕਪੈਸਿਟਰ ਜਿਹਦੇ ਵਿੱਚ ਕਿ ਚਾਰਜਿੰਗ ਕਰੰਟ ਫਲੋ ਕਰਦਾ ਸਮਾਲ I2। ਇਹਦਾ ਮਤਲਬ I3 ਜਿਹੜਾ ਥੱਲਿਓਂ ਜਾ ਰਿਹਾ ਸੀ ਉਹਦਾ ਇੱਕ ਹਿੱਸਾ ਚਲਾ ਗਿਆ I2 ਸਮਾਲ I2 ਬਣ ਕੇ ਕਪੈਸਿਟਰ ਸੈਂਟਰ ਵਾਲੇ ਕਪੈਸਿਟਰ ਸ਼ੰਟ ਕਪੈਸਿਟਰ ਵਾਲੇ ਪਾਸੇ ਨੂੰ, ਔਰ ਬਾਕੀ ਦਾ ਹਿੱਸਾ ਜਿਹੜਾ ਉੱਪਰ ਉਹ ਹੈ ਬਣਿਆ ਕੈਪੀਟਲ I2। ਸੈਂਟਰ ਵਿੱਚ ਲਿਖਿਆ ਨਾ ਦੇਖੋ ਕੈਪੀਟਲ I2 ਥੱਲਿਓਂ ਆਇਆ, ਕੈਪੀਟਲ I3 ਦੋ ਹਿੱਸਿਆਂ ਡਿਵਾਈਡ ਹੋ ਗਿਆ, ਮਤਲਬ ਇੱਕ ਸਮਾਲ I2 ਇੱਕ ਲਾਰਜ I2 ਦੋ ਹਿੱਸਿਆਂ ਡਿਵਾਈਡ ਹੋ ਗਿਆ। ਹੁਣ ਇਹ ਚਾਰਜਿੰਗ ਜਿਹੜਾ ਕਰੰਟ ਆ I2 ਉੱਪਰ ਜਾ ਕੇ ਫਿਰ ਦੋ ਹਿੱਸਿਆਂ ਡਿਵਾਈਡ ਹੋਇਆ। ਦੇਖੋ ਇੱਕ ਹੋ ਗਿਆ ਸਮਾਲ I1 ਜਿਹੜਾ ਕਿ ਸ਼ੰਟ ਕਪੈਸਿਟੈਂਸ ਵਾਲੇ ਨੂੰ ਚਲਾ ਗਿਆ, ਇੱਕ ਹੈ ਕੈਪੀਟਲ I1 ਜਿਹੜਾ ਕਿ ਮੇਨ ਕਪੈਸਿਟੈਂਸ ਜਿਹੜਾ ਸੀਰੀਜ਼ 'ਚ ਲੱਗਾ ਉਹਦੇ ਵੱਲ ਜਾ ਕੇ ਟਾਵਰ ਤੱਕ ਪਹੁੰਚ ਗਿਆ। ਇਸ ਤਰ੍ਹਾਂ ਇਹ ਜਿਹੜਾ ਕਰੰਟ ਜਿਹੜਾ ਹੁਣ ਡਿਸਟਰੀਬਿਊਟ ਹੋ ਗਿਆ, ਮਤਲਬ I3 ਕਰੰਟ ਜ਼ਿਆਦਾ ਸੀ ਉਹਦੇ 'ਚੋਂ I2 ਕਰੰਟ ਨਿਕਲ ਗਿਆ, ਸਮਾਲ I2 ਨਿਕਲ ਗਿਆ, I2 ਬਣ ਗਿਆ, ਉਹ ਕਰੰਟ ਘਟ ਗਿਆ I3 ਨਾਲੋਂ, ਅਤੇ ਉਸ ਤੋਂ ਬਾਅਦ I2 ਜਿਹੜਾ ਸੀ ਉਹਦੇ ਵਿੱਚੋਂ ਦੀ ਨਿਕਲ ਗਿਆ ਸਮਾਲ I1 ਅਤੇ ਉਹ ਘਟ ਗਿਆ I3 ਨਾਲੋਂ। ਹੁਣ ਉੱਪਰ ਜਿਹੜਾ I1 ਰਹਿ ਗਿਆ ਇਕੱਲਾ ਕਰੰਟ ਉਹ I2 ਨਾਲੋਂ ਘੱਟ। ਹੁਣ ਦੇਖੋ ਰਾਈਟ ਸਾਈਡ 'ਤੇ ਲਿਖਿਆ ਇਸੇ ਕਰਕੇ I3 ਕੈਪੀਟਲ I3 ਜਿਹੜਾ ਇਜ਼ ਗ੍ਰੇਟਰ ਦੈਨ I2 ਇਜ਼ ਗ੍ਰੇਟਰ ਦੈਨ I1, ਮਤਲਬ I1 ਸਭ ਤੋਂ ਘੱਟ ਕਰੰਟ ਹੈ ਅਤੇ I3 ਜਿਹੜਾ ਉਹ ਸਭ ਤੋਂ ਜ਼ਿਆਦਾ ਕਰੰਟ ਹੈ। ਅਤੇ ਨੈਚੁਰਲ ਜਿਹੜੇ ਵੋਲਟੇਜ ਡਰੋਪਸ ਹੋਏ ਕਰੰਟ ਕਰਕੇ ਹੀ ਹੁੰਦੇ ਆ ਜਿਹੜੇ ਕਪੈਸਿਟੈਂਸ ਦੇ ਕ੍ਰੋਸ ਹੋਏ। ਇਸ ਕਰਕੇ ਕਹਿੰਦਾ ਪਹਿਲੇ ਦੇ ਕ੍ਰੋਸ ਜਿਹੜੀ ਪਹਿਲਾਂ V/V/3 ਸੀ ਨਾ, ਕੈਪੀਟਲ V/3 ਜਿਹੜੀ ਵੋਲਟੇਜ ਸੀ ਉਹ ਬਣ ਗਏ V3 ਇਹ ਹੁਣ ਪਾਰਟੀਕੂਲਰ ਇੱਕ ਵੈਲਿਊ ਬਣ ਗਈ V3। ਪਰ ਕਹਿੰਦਾ ਇਹ ਜਿਹੜੀ ਵੋਲਟੇਜ ਡਰੋਪਸ ਆ ਸੈਂਟਰ ਵਾਲੇ ਵੋਲਟੇਜ ਡਰੋਪਸ ਨਾਲੋਂ ਜ਼ਿਆਦਾ ਹਨ, ਅਤੇ ਉਹ ਕਿੰਨੇ ਆ V2। ਅਤੇ ਕਹਿੰਦਾ ਜਿਹੜੇ V2 ਡਰੋਪਸ ਨੇ ਉਹ ਉੱਪਰ V1 ਨਾਲੋਂ ਵੀ ਜ਼ਿਆਦਾ V1 ਨਾਲੋਂ ਜ਼ਿਆਦਾ ਹਨ, ਤਾਂ ਉਹ ਕਿੰਨੇ ਆ V1। ਹੁਣ V1 ਸਭ ਤੋਂ ਘੱਟ, V2 ਉਸ ਤੋਂ ਜ਼ਿਆਦਾ, V3 ਸਭ ਤੋਂ ਜ਼ਿਆਦਾ। ਹੁਣ ਕੀ ਦੇਖਿਆ ਤੁਸੀਂ ਇਹ ਸਾਰੀ ਚੀਜ਼ ਦੇ ਵਿੱਚ ਕਿ ਅਗਰ ਸ਼ੰਟ ਕਪੈਸਿਟੈਂਸ ਆਪਾਂ ਨਹੀਂ ਕੰਸੀਡਰ ਕਰਦੇ ਸੀ ਤਾਂ ਤਿੰਨੇ ਡਿਸਕ ਜਿਹੜੀਆਂ ਸੀਗੀਆਂ ਇਹਨਾਂ ਦੇ ਕ੍ਰੋਸ ਜਿਹੜੇ ਵੋਲਟੇਜ ਡਰੋਪ ਸੀਗੇ ਉਹ ਬਰਾਬਰ ਸੀਗੇ, ਕੱਲੀ ਵੋਲਟੇਜ ਡਰੋਪਸ ਜਿਹੜੇ ਬਰਾਬਰ ਇਕੁਅਲ ਸੀ, ਇੱਕ ਦੂਜੇ ਨਾਲ ਵੈਲਿਊ ਉਹਨਾਂ ਦੀ ਇਕੁਅਲ ਸੀਗੀ। ਪਰ ਹੁਣ ਕਿਉਂਕਿ ਸ਼ੰਟ ਕਪੈਸਿਟੈਂਸ ਵਿੱਚ ਆਪਾਂ ਐਡ ਕਰ ਦਿੱਤੇ ਆ ਤਾਂ ਉਹਨਾਂ ਦਾ ਆਪਣਾ ਕੋਈ ਚਾਰਜਿੰਗ ਕਰੰਟ ਆ, ਉਹਨੇ ਜਿਹੜਾ ਮੇਨ ਕਰੰਟ ਆ ਉਹਨੂੰ ਡਿਸਟਰਬ ਕਰ ਦਿੱਤਾ ਅਤੇ ਕਰੰਟ ਥੱਲਿਓਂ ਜ਼ਿਆਦਾ ਅਤੇ ਉੱਪਰ ਜਾ ਕੇ ਘੱਟ ਜਾਂਦਾ। ਇਸ ਕਰਕੇ ਵੋਲਟੇਜ ਵੀ ਡਰੋਪਸ ਜਿਹੜੇ ਵੀ ਥੱਲੇ ਜ਼ਿਆਦਾ ਅਤੇ ਉੱਪਰ ਜਾ ਕੇ ਘੱਟ ਜਾਂਦੇ ਆ। ਇਸ ਤਰ੍ਹਾਂ ਜਿਹੜਾ ਇਹ ਸਾਰਾ ਜਿਹੜਾ ਆਪਣਾ ਚਾਰਜਿੰਗ ਸਿਸਟਮ ਹੈਗਾ, ਪੋਟੈਂਸ਼ੀਅਲ ਡਿਫਰੈਂਸ ਹੈਗਾ ਸਾਰੀ ਡਿਸਕ ਦੇ ਅਕਰੋਸ, ਇਸ ਤਰ੍ਹਾਂ ਇਹ ਡਿਸਟਰੀਬਿਊਟ ਹੁੰਦਾ ਹੈਗਾ ਜਿਹੜਾ ਤੁਸੀਂ ਹੁਣ ਪੜ੍ਹਿਆ ਹੈਗਾ। ਹੁਣ ਇਹ ਸਾਰੀ ਚੀਜ਼ ਦਾ ਰਿਜ਼ਲਟ ਕੀ ਨਿਕਲਿਆ, ਕਹਿੰਦਾ ਦਾਓ ਈਚ ਡਿਸਕ ਇਜ਼ ਡਿਜ਼ਾਈਨਡ ਟੂ ਵਿਸਟੈਂਡ ਸੇਮ ਵੋਲਟੇਜ ਸਟ੍ਰੈਸ। ਭਾਵੇਂ ਕਹਿੰਦਾ ਆਪਾਂ ਸੇਮ ਵੋਲਟੇਜ ਸਟ੍ਰੈਸ ਵਾਸਤੇ ਜਿਹੜੀ ਡਿਸਕ ਨੂੰ ਡਿਜ਼ਾਈਨ ਕੀਤਾ ਸੀ, ਜਿਹੜੀ ਆਪਾਂ ਸਟਿੰਗ ਦੇ ਵਿੱਚ ਇੱਕ ਡਿਸਕ ਲਗਾਈ ਹੋਈ ਹੈ C11 kV ਲਈ ਆਪਾਂ ਜਨਰੇਟਰ ਨੂੰ ਡਿਜ਼ਾਈਨ ਕਰ ਦਿੱਤਾ, ਪਰ ਡਿਸਕ ਨੀਅਰਰ ਟੂ ਦਾ ਪਾਵਰ ਕੰਡਕਟਰ ਇਜ਼ ਮੱਚ ਸਟ੍ਰੈਸਡ ਐਜ਼ ਯੂ ਸੇ, ਮਤਲਬ ਕੋਈ ਵੈਲਿਊ ਲੈ ਲਈ 16 kV। ਮਤਲਬ ਕਹਿੰਦਾ ਪਰ ਜਿਹੜੀ ਨੀਅਰੈਸਟ ਟੂ ਕੰਡਕਟਰ ਸੀਗੀ ਜਿਹੜੀ ਡਿਸਕ ਸੀਗੀ ਉਹਦੇ ਵਿੱਚ 16 kV ਵੋਲਟੇਜ ਡਰੋਪਸ ਹੋਏ, ਵਾਈਲ ਦਾ ਡਿਸਕ ਫਰਦਰ ਫਰੋਮ ਦਾ ਕੰਡਕਟਰ ਇਜ਼ ਲੈਸ ਸਟ੍ਰੈਸ। ਪਰ ਜਿਹੜੀ ਫਾਰ ਸੀਗੀ ਦੂਰ ਸੀਗੀ
ਕਿਹੜੀ ਕ੍ਰੋਸ ਆਰਮ ਦੇ ਲਾਗੇ ਜਿਹੜੀ ਡਿਸਕ ਸੀ ਉਹਦੇ ਵਿੱਚ ਜਿਹੜਾ ਵੋਲਟੇਜ ਸਟ੍ਰੈਸ ਜਿਹੜੀ ਆ ਉਹ ਘਟ ਗਈ। ਦਸ ਪ੍ਰੋਪਰ ਯੂਟੀਲਾਈਜੇਸ਼ਨ ਡਿਸਕ ਇਜ਼ ਨਾਟ ਅਚੀਵ ਡਿਊ ਟੂ ਸ਼ੰਟ ਕਪੈਸਿਟੈਂਸ। ਇਸ ਕਰਕੇ ਆਪਾਂ ਜਿਹੜੀ ਆ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋਈ ਡਿਸਕ ਦੀ ਜਿੱਦਾਂ ਹੋਣੀ ਚਾਹੀਦੀ ਸੀ 11 kV 11 kV 11 kV ਇਸ ਤਰ੍ਹਾਂ ਨਹੀਂ ਹੋਈ। ਉਸ 11 kV ਜੋ ਮੈਕਸਿਮਮ ਜਿਹੜਾ ਆ ਵੋਲਟੇਜ ਡ੍ਰੌਪਸ ਆ ਪਹਿਲੀ ਡਿਸਕ ਹੋ ਗਿਆ ਤੇ ਮਿਨੀਮਮ ਉੱਪਰ ਤਿੰਨਾਂ ਵੋਲਟੇਜ ਦੇ ਵਿੱਚ ਡਿਫਰੈਂਸ ਆ ਗਿਆ। ਇਸ ਕਰਕੇ ਸਾਡੀ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋ ਰਹੀ। ਸਮ ਡਿਸਕ ਆਰ ਅੰਡਰ ਯੂਟੀਲਾਈਜ਼ਡ while disk nearer to conductor is over utilized which may lead to damage of the disk। ਕਹਿੰਦਾ ਕਿ ਕਿਉਂਕਿ ਹੁਣ ਪ੍ਰੋਪਰ ਯੂਟੀਲਾਈਜੇਸ਼ਨ ਨਹੀਂ ਹੋਈ, ਜਿਹੜੀ ਡਿਸਕ ਦੇ ਵਿੱਚ ਜ਼ਿਆਦਾ ਯੂਟੀਲਾਈਜੇਸ਼ਨ ਹੋ ਰਹੀ ਹੈ, ਜਿਹੜੀ ਜ਼ਿਆਦਾ ਵੋਲਟੇਜ ਸਟ੍ਰੈਸ ਜਿਹੜੀ ਸਹਾਰ ਰਹੀ ਆ ਤਾਂ ਨੈਚੁਰਲ ਔਰ ਡਿਸਕ ਜਿਹੜੀ ਆ ਉਹ ਜਲਦੀ ਡੈਮੇਜ ਹੋ ਜਾਏਗੀ ਤੇ ਉੱਪਰਲੀ ਡਿਸਕ ਜਿਹੜੀ ਉਹ ਸੇਫ ਰਹੇਗੀ। ਇਸ ਤਰ੍ਹਾਂ ਇਹ ਸਾਰਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉਹ ਆਪਾਂ ਸਿਸਟਮ ਦੇ ਵਿੱਚ ਚੱਲਦਾ ਹੈਗਾ। ਹੁਣ ਦੇਖੋ ਸਟਿੰਗ ਐਫੀਸ਼ੀਐਂਸੀ ਆਫ ਸਸਪੈਂਸ਼ਨ ਇਨਸੂਲੇਟਰ ਸਟਿੰਗ। ਸਟਿੰਗ ਐਫੀਸ਼ੀਐਂਸੀ ਕੀ ਹੁੰਦੀ ਆ? ਕਹਿੰਦਾ ਐਕਚੁਅਲ ਐਫੀਸ਼ੀਐਂਸੀ ਕੀ ਹੁੰਦੀ ਹੈਗੀ ਆ? ਦੇਖੋ ਆਊਟਪੁੱਟ ਬਟਾ ਇਨਪੁੱਟ, ਜੋ ਆਊਟਪੁੱਟ ਸਾਨੂੰ ਮਿਲੀ ਆਪਾਂ ਨੂੰ ਇਨਪੁੱਟ ਨਾਲ ਡਿਵਾਈਡ ਕਰ ਦਿੰਦੇ ਇੰਟੂ 100 ਪਰਸੈਂਟੇਜ ਐਫੀਸ਼ੀਐਂਸੀ ਬਣ ਗਈ। ਹੁਣ ਕਹਿੰਦਾ ਸਟਿੰਗ ਐਫੀਸ਼ੀਐਂਸੀ ਸ਼ੋਜ਼ ਦਾ ਯੂਟੀਲਾਈਜੇਸ਼ਨ ਆਫ ਸਸਪੈਂਸ਼ਨ ਇਨਸੂਲੇਟਰ। ਕਹਿੰਦਾ ਸਟਿੰਗ ਐਫੀਸ਼ੀਐਂਸੀ ਜਿਹੜੀ ਹੁੰਦੀ ਆ ਕੀ ਹੁੰਦੀ ਆ? ਉਹ ਯੂਟੀਲਾਈਜੇਸ਼ਨ ਸ਼ੋ ਕਰਦੀ। ਜੇ ਮਤਲਬ ਆਪਾਂ ਮੰਨ ਲਓ ਕੋਈ ਕਿਸੇ ਸਟਿੰਗ ਇੰਸੂਲੇਟਰ ਦੀ ਐਫੀਸ਼ੀਐਂਸੀ ਮਤਲਬ ਆਪਾਂ 100% ਮੰਨ ਕੇ ਚੱਲਦੇ ਹਾਂ ਅਤੇ ਇਹਦਾ ਮਤਲਬ ਕੀ ਆ ਕਿ ਉਹ ਪ੍ਰੋਪਰ ਉਹ ਸਾਡੀ ਜਿਹੜੀ ਯੂਟੀਲਾਈਜੇਸ਼ਨ ਹੁੰਦੀ ਆ ਸਾਰਿਆਂ ਦੇ ਬਰਾਬਰ ਵੋਲਟੇਜ ਡ੍ਰੌਪਸ ਜਿਹੜੇ ਹੁੰਦੇ ਆ ਬਟ ਐਕਚੁਅਲੀ ਇਸ ਤਰ੍ਹਾਂ ਹੁੰਦਾ ਨਹੀਂ ਆ, ਕਿਉਂਕਿ ਆਪਾਂ ਜਿੱਦਾਂ ਪੜ੍ਹ ਚੁੱਕੇ ਹਾਂ ਕਿ ਕੱਲੀ ਡਿਸਕ ਦੇ ਅਕਰੋਸ ਵੋਲਟੇਜ ਡ੍ਰੌਪਸ ਜਿਹੜੇ ਆ ਉਹ ਡਿਫਰੈਂਟ ਹੁੰਦੇ ਆ। ਕਹਿੰਦਾ ਮੋਰ ਦਾ ਯੂਟੀਲਾਈਜੇਸ਼ਨ ਆਫ ਡਿਸਕਸ ਇਨ ਇੰਸੂਲੇਟਰ ਮੋਰ ਵਿਲ ਬੀ ਸਟਿੰਗ ਐਫੀਸ਼ੀਐਂਸੀ। ਜਿਸ ਤਰ੍ਹਾਂ ਦੱਸਿਆ ਕਿ ਜਿੰਨੀ ਜ਼ਿਆਦਾ ਵਧੀਆ ਯੂਟੀਲਾਈਜੇਸ਼ਨ ਹੋਏਗੀ ਉਨੀ ਜ਼ਿਆਦਾ ਉਸ ਸਟਿੰਗ ਦੀ ਐਫੀਸ਼ੀਐਂਸੀ ਹੋਏਗੀ। ਕਹਿੰਦਾ ਸਟਿੰਗ ਐਫੀਸ਼ੀਐਂਸੀ ਇਜ਼ ਡਿਫਾਈਨਡ ਐਜ਼ ਦਾ ਰੇਸ਼ੋ ਆਫ ਕੰਡਕਟਰ ਵੋਲਟੇਜ, ਜਿਹੜੀ ਕੰਡਕਟਰ ਦੀ ਵੋਲਟੇਜ ਹੈਗੀ ਉਹ ਐਂਡ ਦਾ ਵੋਲਟੇਜ ਅਕਰੋਸ ਦਾ ਡਿਸਕ ਨੀਅਰੈਸਟ ਟੂ ਕੰਡਕਟਰ ਮਲਟੀਪਲਾਈਡ ਬਾय ਨੰਬਰ ਆਫ ਡਿਸਕ। ਤਿੰਨ ਚੀਜ਼ਾਂ ਬਣੀਆਂ ਦੇਖੋ, ਇੱਕ ਹੈ ਕੰਡਕਟਰ ਵੋਲਟੇਜ, ਇੱਕ ਵੋਲਟੇਜ ਅਕਰੋਸ ਦਾ ਡਿਸਕ ਨੀਅਰੈਸਟ ਟੂ ਕੰਡਕਟਰ, ਤੇ ਤੀਜਾ ਹੈ ਨੰਬਰ ਆਫ ਡਿਸਕ। ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਾਂ ਐਫੀਸ਼ੀਐਂਸੀ ਬਣਦੀ। ਕਿੱਦਾਂ ਦੇਖੋ, ਸਟਿੰਗ ਐਫੀਸ਼ੀਐਂਸੀ ਥੱਲੇ ਲਿਖਿਆ ਹੈ ਫਾਰਮੂਲਾ, ਸਟਿੰਗ ਐਫੀਸ਼ੀਐਂਸੀ ਇਕੁਅਲ ਟੂ ਕੰਡਕਟਰ ਵੋਲਟੇਜ ਮੇਨ ਸਪਲਾਈ ਵੋਲਟੇਜ ਜਿਹੜੀ ਹੈਗੀ ਹੈ ਮੇਨ ਕੰਡਕਟਰ ਵੋਲਟੇਜ ਡਿਵਾਈਡਡ ਬਾਏ n ਇਜ਼ ਦਾ ਨੰਬਰ ਆਫ ਡਿਸਕ ਡਿਵਾਈਡਡ ਬਾਏ n ਇੰਟੂ ਵੋਲਟੇਜ ਅਕਰੋਸ ਦਾ ਡਿਸਕ ਨੀਅਰੈਸਟ ਟੂ ਕੰਡਕਟਰ। ਹੁਣ ਜਿਹੜੀ ਸਭ ਤੋਂ ਕੰਡਕਟਰ ਦੇ ਲਾਗੇ ਦੀ ਵੋਲਟੇਜ ਹੈਗੀ ਆ ਉਹਨੂੰ ਨੰਬਰ ਆਫ ਮਲਟੀਪਲਾਈ ਕਰਦੀ ਹੈ ਨੰਬਰ ਆਫ ਡਿਸਕ ਦੇ ਨਾਲ, ਅਤੇ ਇਹਨੂੰ ਕੰਡਕਟਰ ਵੋਲਟੇਜ ਨੂੰ ਇਸ ਵੈਲਿਊ ਨਾਲ ਡਿਵਾਈਡ ਕਰਦੇ ਤਾਂ ਉਹ ਬਣ ਜਾਂਦੀ ਸਾਡੀ ਸਟਿੰਗ ਐਫੀਸ਼ੀਐਂਸੀ। ਹੁਣ ਇਹਦੇ ਵਿੱਚ ਦੇਖੋ ਮੈਥਮੈਟੀਕਲ ਐਕਸਪ੍ਰੈਸ਼ਨ ਫॉर ਸਟਿੰਗ ਐਫੀਸ਼ੀਐਂਸੀ। ਇਹਦੇ ਵਿੱਚ ਦੇਖੋ ਉੱਪਰੋਂ ਸ਼ੁਰੂ ਕਰਦੇ ਹਾਂ। C1 ਕੀ ਚੀਜ਼ ਆ? ਸ਼ੰਟ ਕਪੈਸਿਟੈਂਸ, ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। C ਕੀ ਆ? ਸੈਲਫ ਕਪੈਸਿਟੈਂਸ। C ਜਿਹੜਾ ਆਪਾਂ ਦੇਖਿਆ ਡਾਇਗਰਾਮ ਦੇ ਵਿੱਚ, ਪੂਰੀ ਡਾਇਗਰਾਮ ਪਹਿਲਾਂ ਮੈਂ ਤੁਹਾਨੂੰ ਸਮਝਾ ਚੁੱਕਾ। V1 V2 V3 ਵੋਲਟੇਜ ਡ੍ਰੌਪਸ ਅਕਰੋਸ C ਐਂਡ C1 ਆਰ ਦਾ ਸ਼ੰਟ ਕਪੈਸਿਟੈਂਸਿਸ। ਅਤੇ ਕਰੰਟ I3 I2 I1 ਉੱਪਰ ਨੂੰ ਜਾ ਰਿਹਾ, ਅਤੇ ਇਹਦੇ ਵਿੱਚ ਕਰੰਟ ਜਿਹੜਾ I1 ਹੈਗਾ ਉਹ ਕਪੈਸਿਟੈਂਸ ਸ਼ੰਟ ਕਪੈਸਿਟੈਂਸ C1 ਚੋਂ ਜਾ ਰਿਹਾ, I2 ਸ਼ੰਟ ਕਪੈਸਿਟੈਂਸ C2 ਚੋਂ ਜਾ ਰਿਹਾ, ਅਤੇ ਸ਼ੰਟ ਕਪੈਸਿਟੈਂਸ I3 ਜਿਹੜਾ C3 ਚੋਂ ਜਾ ਰਿਹਾ। ਇਸ ਤਰ੍ਹਾਂ ਇਹ ਚੱਲਦਾ ਪਿਆ। ਹੁਣ ਆਪਾਂ ਪੜ੍ਹਦੇ ਹਾਂ। ਕਹਿੰਦਾ ਲੈਟ ਅਸ ਅਜ਼ਿਊਮ ਦੈਟ C1 ਇਕੁਅਲ ਟੂ KC, ਕਿ ਕੌਂਸਟੈਂਟ ਹੈ। C ਜਿਹੜਾ ਆ ਸੈਲਫ ਕਪੈਸਿਟੈਂਸ ਹੈ, ਅਤੇ K ਜਿਹੜਾ C1 ਹੈ ਉਹ ਸ਼ੰਟ ਕਪੈਸਿਟੈਂਸ। ਮਤਲਬ C1 ਜਿਹੜਾ ਡਿਪੈਂਡ ਕਰਦਾ ਹੈਗਾ C ਤੇ, ਅਤੇ ਇਹਦੇ ਨੂੰ ਖਤਮ ਕਰਨ ਡਿਪੈਂਡੈਂਸ ਨੂੰ ਖਤਮ ਕਰਨ ਲਈ ਇਹਦਾ ਬਣ ਗਿਆ K ਇਜ਼ ਏ ਕੌਂਸਟੈਂਟ। ਕਹਿੰਦਾ ਹੁਣ ਉਸ ਤੋਂ ਬਾਅਦ ਦੇਖੋ ਥੱਲੇ I2 ਕਿਹਦੇ ਬਰਾਬਰ ਆ? ਹੁਣ ਟੌਪ ਤੋਂ ਦੇਖਣਾ ਜਾਵੇ ਤਾਂ I2 ਉੱਪਰ ਨੂੰ ਜਾਂਦਾ, ਅਤੇ I2 ਉੱਪਰ ਨੂੰ ਜਾਂਦਾ ਤਾਂ ਦੋ ਹਿੱਸਿਆਂ ਡਿਵਾਈਡ ਹੁੰਦਾ, ਇੱਕ ਸਮੋਲ I1 ਇੱਕ ਕੈਪੀਟਲ I1। ਇਹਦਾ ਮਤਲਬ I2 ਇਕੁਅਲ ਟੂ I1 ਪਲੱਸ ਸਮੋਲ I1, ਇਹ ਇਕੁਅਲ ਟੂ ਬਣ ਗਏ। ਫਾਰਮੂਲਾ ਲੱਗਾ ਕਪੈਸਿਟੈਂਸ ਵਾਲਾ, ਤੁਸੀਂ ਪੜ੍ਹਿਆ ਤੀਜੇ ਸਮੈਸਟਰ ਦੇ ਵਿੱਚ। ਇਹਦੇ ਵਿੱਚ ਵੋਲਟੇਜ ਡ੍ਰੌਪਸ ਦੇਖੇ V2। ਦੇਖੋ ਹੁਣ ਜਿਹੜਾ I2 ਕਰੰਟ ਹੈ ਜਿਸ ਪੋਰਸ਼ਨ 'ਚੋਂ ਫਲੋ ਕਰਦਾ ਉਸ ਪੋਰਸ਼ਨ ਦੇ ਕ੍ਰੋਸ ਵੋਲਟੇਜ ਕਿੰਨੀ ਹੈ? V2। ਇਸ ਕਰਕੇ ਕਹਿੰਦੇ V2 ਓਮੇਗਾ C ਇਕੁਅਲ ਟੂ ਕਿਹਦੇ ਬਰਾਬਰ? ਦੇਖੋ ਹੁਣ I1 ਉੱਪਰ ਕੀ ਹੈ? I1 ਦੇ ਵਿੱਚ ਵੈਲਿਊ ਭਰਨੀ ਹੈ ਨਾ, I1 ਦੇ ਕ੍ਰੋਸ ਵੋਲਟੇਜ ਕਿੰਨੀ ਹੈ? V1। ਇਹ ਬਣ ਗਿਆ V1 ਓਮੇਗਾ C, ਕਿਉਂਕਿ ਕਪੈਸਿਟਰ ਦੇ ਇੱਥੇ ਹੈਗਾ C ਪਲੱਸ ਇਹੀ ਵੋਲਟੇਜ ਜਿਹੜੀ ਆ ਦੇਖੋ ਪੁਆਇੰਟ ਨੂੰ ਧਿਆਨ ਨਾਲ ਦੇਖੋ, ਇਹੀ ਵੋਲਟੇਜ ਜਿਹੜੀ C1 ਦੇ ਕ੍ਰੋਸ ਵੀ ਇਹੀ ਵੋਲਟੇਜ ਬਣਦੀ, ਕਿਉਂਕਿ ਉੱਪਰੋਂ ਸ਼ਾਰਟ ਹੋਇਆ ਦੇਖੋ ਪੋਰਸ਼ਨ, ਇੱਧਰੋਂ ਥੱਲੇ ਨੋਟ ਦੇ ਨਾਲ ਨੋਟ ਜੁੜੀ ਹੋਈ ਆ, ਅਤੇ ਉੱਪਰੇ ਪਾਸੇ ਕ੍ਰੋਸ ਆਰਮ ਦੇ ਥਰੂ ਟਾਵਰ ਦੀ ਬੋਡੀ ਆਪਸ ਵਿੱਚ ਜੁੜੀ ਹੈ। ਇਸ ਕਰਕੇ ਇਹੀ ਵੋਲਟੇਜ ਜਿਹੜੀ ਆ C1 ਦੇ ਕ੍ਰੋਸ ਹੈਗੀ ਆ, ਇਸ ਕਰਕੇ ਬਣ ਗਿਆ ਪਲੱਸ V1 ਓਮੇਗਾ C1। ਹੁਣ ਦੇਖੋ ਇਹਨਾਂ ਸਾਰਿਆਂ ਦੀ
वैल्यू ਨੂੰ ਧਿਆਨ ਨਾਲ ਸਮਝਣ ਲਈ ਆਪਾਂ ਇਹਦੇ ਵਿੱਚੋਂ C1 ਨੂੰ ਖਤਮ ਕਰ ਦਈਏ। ਹੁਣ C1 ਨੂੰ ਖਤਮ ਕਰ ਲਈ, ਇਕੁਏਸ਼ਨ ਕੀ ਬਣ ਗਈ? ਸੈਕੰਡ ਇਕੁਏਸ਼ਨ ਦੇਖੋ V2 ਓਮੇਗਾ C ਇਕੁਅਲ ਟੂ V1 ਓਮੇਗਾ C ਪਲੱਸ, ਹੁਣ ਇਹਦੇ ਵਿੱਚ ਆਪਾਂ C1 ਦੀ ਵੈਲਿਊ ਪੁੱਟ ਕਰੀ, C1 ਹੈਗਾ KC, ਇਹ ਆ ਗਿਆ ਪਲੱਸ V1 ਓਮੇਗਾ KC। ਹੁਣ KC C ਸਾਰਿਆਂ 'ਚ ਹੈਗਾ ਆ, कॉमन हैगा, तो ओमेगा सारे जगह ये आप कैंसल करता कट दिता आपस तो वैल्यू बन गई V2 इक्वल टू V1 कॉमन हैगा दोनों राइट साइड की जी इक्वेशन आ ये V1 तो V1 कॉमन सी उन्होंने आप बाहर कढ़ लिया, वो बन गया V1 तो ब्रैकेट च आ गया 1 प्लस K। हुण ये ओमेगा C तिनों के कैंसल हो गया, इस करके पहले वाले पोर्शन च V2 कला रह गया, दूजे वाले पोर्शन च V1 रह गया, तो तीजे वाले पोर्शन रह गया V1 K। ਹੁਣ V1 ਦੋਨਾਂ ਵਿੱਚੋਂ ਬਾਹਰ ਕੱਢ ਲਿਆ, ਬਣ ਗਿਆ V1 ਬ੍ਰੈਕਟ ਵਿੱਚ ਆ ਗਿਆ 1 ਪਲੱਸ K। ਇਹ ਇੱਕ ਇਕੁਏਸ਼ਨ ਬਣ ਗਈ, ਪਹਿਲੀ ਇਕੁਏਸ਼ਨ ਤੁਹਾਡੀ। ਹੁਣ ਕਹਿੰਦਾ ਸਿਮਿਲਰਲੀ ਹੁਣ ਥੱਲੇ ਨੂੰ ਆ ਜਾਓ, ਜਿੱਥੋਂ ਕੰਡਕਟਰ ਸ਼ੁਰੂ ਹੋਇਆ I3 ਕਰੰਟ ਫਲੋ ਕਰਦਾ, ਪਹਿਲੇ ਕਪੈਸਿਟਰ ਜਿੱਥੋਂ ਕੰਡਕਟਰ ਸ਼ੁਰੂ ਹੋਇਆ ਉਸ ਵਾਲੇ ਕਪੈਸਿਟਰ ਦੇਖੋ I3 ਕਰੰਟ ਫਲੋ ਕਰਦਾ ਉੱਪਰ ਨੂੰ, ਤੇ ਇੱਕ ਦੋ ਹਿੱਸਿਆਂ ਡਿਵਾਈਡ ਹੁੰਦਾ, ਇੱਕ ਬਣ ਜਾਂਦਾ ਕੈਪੀਟਲ I2, ਇੱਕ ਬਣ ਜਾਂਦਾ ਸਮੋਲ I2। ਆਪਾਂ ਇੱਥੇ ਵੀ ਇੱਦਾਂ ਲਿਖ ਲਿਆ ਦੇਖੋ I3 ਇਕੁਅਲ ਟੂ ਕੈਪੀਟਲ I2 ਪਲੱਸ ਸਮੋਲ I2। ਹੁਣ ਸੇਮ ਉਸੇ ਤਰ੍ਹਾਂ ਹੀ ਪਹਿਲੇ ਦੇਖੋ I3 ਜਿਹੜਾ ਆ ਜਿਸ ਪੋਰਸ਼ਨ 'ਚ ਕਰੰਟ ਫਲੋ ਕਰ ਰਿਹਾ ਉਸ ਪੋਰਸ਼ਨ ਦੀ ਵੋਲਟੇਜ ਕਿੰਨੀ ਹੈ V, ਤੇ ਕੈਪੈਸਿਟਰ ਕਿੰਨਾ ਹੈ C। ਹੁਣ ਇਸ ਕਰਕੇ ਇਹ ਬਣ ਗਿਆ V3 ਓਮੇਗਾ C ਇਕੁਅਲ ਟੂ, ਹੁਣ ਇਹ ਦੂਜਾ ਪੋਰਸ਼ਨ ਆ ਉਹਦੇ ਵਿੱਚ ਵੋਲਟੇਜ ਕਿੰਨੀ ਬਣੀ ਦੇਖੋ I2 ਵਾਲੇ ਪੋਰਸ਼ਨ ਦੇ ਵੋਲਟੇਜ ਕਿੰਨੀ ਹੈ V2, ਉਹ ਬਣ ਗਿਆ V2 ਓਮੇਗਾ C ਪਲੱਸ, ਹੁਣ ਆਪਾਂ ਜਾਣਾ ਹੈਗਾ ਸਮੋਲ I2। ਹੁਣ ਸਮੋਲ I2 ਜਿਹੜਾ ਆ ਹੁਣ ਇਹਦੇ ਬਿਲਕੁਲ ਰਾਈਟ ਸਾਈਡ 'ਤੇ ਇੱਥੇ ਨੋਟ ਲੱਗੀ ਹੋਈ ਆ, ਨੋਟ ਜਿੱਥੇ ਜੁਆਇੰਟ ਬੰਦਾ ਜਿੱਥੋਂ I3 ਡਿਵਾਈਡ ਹੁੰਦਾ ਉਸ ਨੋਟ ਦਾ ਇੱਕ ਪਾਸਾ ਬਣ ਗਿਆ, ਤੇ ਦੂਜਾ ਪਾਸਾ ਬਣਿਆ ਦੇਖੋ ਟਾਵਰ ਦੇ ਉੱਪਰੋਂ ਦੀ ਘੁੰਮ ਕੇ ਟਾਵਰ ਦੀ ਕ੍ਰੋਸ ਹਮ ਥਣੀ ਹੋ ਕੇ ਇਹ ਜਾ ਕੇ ਫਿਰ ਇੱਥੇ ਜੁੜਦਾ। ਇਹਦੇ ਵਿੱਚ ਦੋ ਵੋਲਟੇਜਸ ਆ ਗਈਆਂ, ਇੱਕ V1 ਵੋਲਟੇਜ ਆ ਗਈ, ਇੱਕ ਆ ਗਈ V2। ਇਹਦਾ ਮਤਲਬ ਜਿਹੜਾ ਸਮੋਲ I2 ਆ ਇਸ ਵਾਲੇ ਕਪੈਸਿਟਰ ਨੂੰ ਦੋ ਵੋਲਟੇਜ ਲੱਗਦੀਆਂ V1 ਤੇ V2, ਇਸ ਕਰਕੇ ਬਣ ਜਾਂਦੀ ਪਲੱਸ ਬ੍ਰੈਕਟ ਦੇ ਵਿੱਚ V1 ਪਲੱਸ V2 ਓਮੇਗਾ C1 ਕਿਉਂਕਿ ਕਪੈਸਿਟੈਂਸ ਦੀ ਵੈਲਿਊ ਕਪੈਸਿਟਰ ਆ C1। ਹੁਣ ਇਹਦੇ ਵਿੱਚ ਵੀ ਦੇਖੋ ਉਸੇ ਤਰ੍ਹਾਂ ਹੀ V3 ਵਿੱਚ ਓਮੇਗਾ C ਹੈਗਾ, V2 ਦੇ ਵਿੱਚ ਓਮੇਗਾ C ਹੈਗਾ, ਤੇ V1 ਪਲੱਸ V2 ਦੇ ਵਿੱਚ C1 ਸੀ, ਉਹਨੂੰ ਆਪਾਂ ਵੈਲਿਊ ਪੁੱਟ ਬਣ ਗਈ ਤਾਂ ਕੀਤੀ ਤਾਂ ਉਹਦੇ ਵਿੱਚ ਵੀ ਓਮੇਗਾ KC ਬਣ ਗਿਆ। ਹੁਣ ਓਮੇਗਾ C ਸਾਰਿਆਂ 'ਚ ਕੈਂਸਲ ਕਰਕੇ ਇਹ ਇਕੁਏਸ਼ਨ ਬਣ ਗਈ V3 ਇਕੁਅਲ ਟੂ V2 ਪਲੱਸ V1 ਪਲੱਸ V2 K। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਕਹਿੰਦਾ ਪੁੱਟਿੰਗ ਦਾ ਵੈਲਿਊ ਆਫ V2, ਹੁਣ V3 ਇਕੁਅਲ ਟੂ V2 ਕਹਿੰਦਾ V2 ਦੀ ਅਗਰ ਆਪਾਂ ਵੈਲਿਊ ਪੁੱਟ ਕਰਦੇ ਉੱਪਰ ਦੇਖੋ ਵੈਲਿਊ ਹੈਗੀ ਆ ਆਪਣੇ ਕੋਲ ਪਹਿਲਾਂ ਜਿਹੜੀ ਬੋਲਡ ਕੀਤੀ ਹੋਈ V2 ਇਕੁਅਲ ਟੂ V1 1 ਪਲੱਸ K। ਇਹ ਵੈਲਿਊ ਨੂੰ ਕਹਿੰਦਾ ਆਪਾਂ ਇਸ ਵਾਲੀ ਇਕੁਏਸ਼ਨ 'ਚ V2 'ਚ ਪੁੱਟ ਕਰ ਦਈਏ ਤੇ ਇਹ ਕਿੱਦਾਂ ਦੀ ਵੈਲਿਊ ਬਣ ਜਾਂਦੀ ਹੈ ਚੀਜ਼, ਇਹ ਦੇਖੋ ਇਹ ਬਣ ਗਿਆ V3 ਇਕੁਅਲ ਟੂ V2 ਪਲੱਸ V1 ਪਲੱਸ V2 ਤੇ K। ਹੁਣ ਇਹ ਬਣ ਗਿਆ ਵੈਲਿਊ ਪੁੱਟ ਕਰਨੀ ਆ, ਇਹ ਸਾਰੀ ਵੈਲਿਊ ਪੁੱਟ ਕਰਨ ਤੋਂ ਕੈਲਕੂਲੇਟ ਕਰਨ ਤੋਂ ਬਾਅਦ ਬਣ ਗਿਆ KV1 ਪਲੱਸ V2 1 ਪਲੱਸ K। ਹੁਣ ਆਪਾਂ ਵੈਲਿਊ ਪੁੱਟ ਕਰ ਦਿੱਤੀ ਸੀ, ਉਹ ਵੈਲਿਊ ਪੁੱਟ ਕਰਕੇ ਕੈਲਕੂਲੇਸ਼ਨ ਕਰਕੇ ਇਹ ਚੀਜ਼ ਬਣ ਗਈ। ਹੁਣ ਇਹ ਬਣ ਗਿਆ KV1 ਪਲੱਸ V1 K ਪਲੱਸ 1 ਪਲੱਸ K ਸਕੁਅਰ। ਇਹ ਵੈਲਿਊ ਆਪਾਂ ਮਤਲਬ ਪੂਰੀ ਇਕੁਏਸ਼ਨ ਖੋਲੀ, ਜਦੋਂ ਪੂਰੀ ਇਕੁਏਸ਼ਨ ਖੋਲ ਕੇ ਆਪਾਂ ਇਹਨੂੰ ਕਰਦੇ ਹਾਂ ਤਾਂ ਉਹ ਤੁਸੀਂ ਦੇਖੋਗੇ ਇਹ ਕੀ ਬਣ ਜਾਊਗਾ, ਆ ਵੈਲਿਊ ਬਣ ਜੂਗੀ ਥੱਲੇ। ਅਗਰ ਧਿਆਨ ਨਾਲ ਤੁਸੀਂ ਦੇਖੋਗੇ ਤਾਂ ਇਹ ਜਿਹੜੀ ਹੈ ਵੈਲਿਊ ਬਣਦੀ ਹੈਗੀ ਆ। ਹੁਣ ਮਤਲਬ ਕਹਿੰਦਾ ਵਾ ਇੱਕ ਵਾਰੀ ਫਿਰ ਦੇਖੋ ਪੁੱਟਿੰਗ ਦਾ ਵੈਲਿਊ ਆਫ V2 ਫਰੋਮ ਇਕੁਏਸ਼ਨ 1, ਇਹਨੂੰ ਪੁੱਟ ਕਰਦੇ ਹਾਂ ਜਦੋਂ ਇਹ ਬਣ ਗਈ V2 ਪਲੱਸ V1 ਪਲੱਸ V2 K। ਹੁਣ ਇਹਨੂੰ ਜਦੋਂ ਆਪਾਂ ਖੋਲ ਦਿੰਦੇ ਆ ਜਿੱਥੇ K ਬ੍ਰੈਕਟ ਦੇ ਵਿੱਚ ਹੈਗੀ ਆ, ਅਗਰ ਇਹਨੂੰ ਖੋਲਦੇ ਹਾਂ ਤਾਂ ਇਹ ਬਣ ਜਾਂਦਾ V2, ਇਹਦੇ ਵਿੱਚ ਲਿਖਿਆ ਨਹੀਂ ਹੈ ਪਰ ਮੈਂ ਤੁਹਾਨੂੰ ਜਸਟ ਸਮਝਾਉਣਾ, ਇਹ ਬਣ ਜਾ V2 ਪਲੱਸ KV1 ਪਲੱਸ KV2। ਹੁਣ ਇਹਨਾਂ ਦੋਨਾਂ ਨੂੰ ਸਾਰੀਆਂ ਵੈਲਿਊਜ਼ ਨੂੰ ਆਪਸ ਇਕੱਠੀਆਂ ਕਰਕੇ ਕੱਟ ਵੱਡ ਕਰਕੇ ਇਹ ਬਣ ਗਿਆ KV1 ਪਲੱਸ V2 ਬ੍ਰੈਕਟ ਦੇ ਵਿੱਚ 1 ਪਲੱਸ K। ਹੁਣ ਇਹ ਜਿਹੜੀ ਇਕੁਏਸ਼ਨ ਆ ਬਣੀ, ਜਿਹੜੀ ਟੋਟਲ ਇਕੁਏਸ਼ਨ ਬਣੀ ਇਹ ਬਣ ਗਈ V1 V1 1 ਪਲੱਸ K ਸਕੁਅਰ। ਇਹ ਵੈਲਿਊ ਬਣ ਗਈ ਫਰੋਮ ਇਕੁਏਸ਼ਨ 1 ਤੋਂ ਲੈ ਕੇ ਆਪਾਂ ਜਦੋਂ ਇਹਨੂੰ ਵਿੱਚ ਐਡ ਕੀਤਾ, ਇਸ ਵੈਲਿਊ ਨੂੰ ਐਡ ਕੀਤਾ ਤਾਂ ਇਹ ਜਿਹੜੀ ਆ ਇੰਨੀ ਵੈਲਿਊ ਬਣ ਗਈ। ਤੇ ਇਹ ਬਣ ਗਈ V1 ਬ੍ਰੈਕਟ ਦੇ ਵਿੱਚ ਆਣ ਗਿਆ 1, ਇਹਨੂੰ ਪੂਰੇ ਨੂੰ ਜਦੋਂ ਖੋਲਾਂਗੇ ਤੁਸੀਂ ਪ੍ਰੈਕਟਿਸ ਕਰਨੀ ਆਪ, ਇਹ ਜਦੋਂ ਖੋਲੋਗੇ ਤਾਂ ਬਣ ਜੂਗਾ V1 ਬ੍ਰੈਕਟ 'ਚ ਆ ਗਿਆ 1 ਪਲੱਸ 3K ਪਲੱਸ K ਸਕੁਅਰ। ਹੁਣ ਇਹ ਇੱਕ ਇਕੁਏਸ਼ਨ ਬਣ ਗਈ ਨੰਬਰ 2। ਮਤਲਬ ਹੁਣ ਪਹਿਲੇ ਨੰਬਰ 1 ਦੇ ਵਿੱਚ V2 ਇਕੁਅਲ ਟੂ V1 ਬ੍ਰੈਕਟ ਦੇ ਵਿੱਚ 1 ਪਲੱਸ K, ਦੂਜੀ ਬਣ ਗਈ V3 ਇਕੁਅਲ ਟੂ V1
ਬ੍ਰੈਕਟ ਦੇ ਵਿੱਚ 1 + 3k + k²। ਦੋਨਾਂ ਕੇਸਿਸ ਦੇ ਵਿੱਚ ਦੇਖੋ V1 ਤੇ V1 ਹੈਗਾ, ਦੋਨਾਂ ਕੇਸਿਸ V1 ਤੇ k ਦੀ ਵੈਲਿਊਜ਼ ਹੈਗੀਆਂ। ਅਗਰ ਤੁਹਾਨੂੰ V1 ਦੀ ਵੈਲਿਊ ਪਤਾ ਹੋਵੇ ਤਾਂ k ਦੀ ਵੈਲਿਊ ਪਤਾ ਹੋਵੇ ਤਾਂ ਤੁਸੀਂ V2 ਦੀ ਵੈਲਿਊ ਕੱਢ ਸਕਦੇ ਆ ਤੇ V3 ਦੀ ਵੀ ਵੈਲਿਊ ਕੱਢ ਸਕਦੇ ਆ। ਹੁਣ ਆਪਾਂ ਅੱਗੇ ਦੇਖਦੇ ਹਾਂ। ਹੁਣ ਦੇਖੋ ਤੁਸੀਂ ਵੋਲਟੇਜ ਬਿਟਵੀਨ ਕੰਡਕਟਰ ਐਂਡ ਅਰਥ, ਜਿਹੜੀ ਮੇਨ ਕੰਡਕਟਰ ਵੋਲਟੇਜ ਨੂੰ ਆਪਾਂ ਕਹਿੰਦੇ ਆ ਉਹ V, ਉਹ ਕਿਹਦੇ ਬਰਾਬਰ ਸੀ? ਦੇਖੋ ਡਾਇਗਰਾਮ ਦੇ ਵਿੱਚ ਤੁਸੀਂ ਦੇਖਿਆ ਉਹ ਸੀ V1 V2 V3, ਇਹਨਾਂ ਨੂੰ ਤਿੰਨਾਂ ਨੂੰ ਐਡ ਕਰਾਂਗੇ ਫਿਰ ਬਣ ਜੂਗੀ ਉਹ ਟੋਟਲ V। ਇਹ ਬਣ ਗਿਆ ਕੈਪੀਟਲ V = V1 + V2 + V3। ਹੁਣ ਕਹਿੰਦਾ ਪੁੱਟਿੰਗ ਦਾ ਵੈਲਿਊ V2 ਐਂਡ V3 ਆਪਾਂ ਪਹਿਲਾਂ ਕੈਲਕੂਲੇਟ ਕਰ ਚੁੱਕੇ ਆ। V1 ਤੇ V2 ਤੇ V3 ਦੀ ਵੈਲਿਊ ਕੈਲਕੂਲੇਟ ਕਰ ਚੁੱਕੇ ਆ। ਵੈਲਿਊ ਕਹਿੰਦਾ ਪੁੱਟ ਕਰਨਾ ਹੈ, ਕੀ ਬਣ ਜਾਂਦਾ V = V1 ਬ੍ਰੈਕਟ ਦੇ ਜਗ੍ਹਾ 3 + 4k + k²। ਇਹ ਤੁਸੀਂ ਪ੍ਰੈਕਟਿਸ ਕਰਨੀ ਆਪ। ਹੁਣ ਇਹਨੂੰ ਇਸ ਵਾਲੇ ਦੇ ਪੋਰਸ਼ਨ ਦੇ ਵਿੱਚ ਇਹਦੇ ਫੈਕਟਰਸ ਬਣਾਏ, ਫੈਕਟਰ ਬਣ ਕੇ ਬਣ ਗਿਆ ਕੈਪੀਟਲ V ਜਿਹੜੀ ਪਾਵਰ ਵੋਲਟੇਜ ਹੈ ਉਹ = V1 ਪਹਿਲੇ ਕੰਡਕਟਰ ਦੇ ਕਪੈਸਿਟਰਸ ਦੇ ਅਕਰੋਸ ਜਿਹੜੀ ਵੋਲਟੇਜ ਹੈ, ਤੇ ਬ੍ਰੈਕਟਸ ਬਣ ਗਿਆ 1 + k ਬ੍ਰੈਕਟ ਬੰਦ, ਫਿਰ ਬ੍ਰੈਕਟ ਸ਼ੂ 1 + 3k। ਇਹ ਬਣ ਗਈ ਇੱਕ ਵੈਲਿਊ ਬਣ ਗਈ, ਔਰ ਇਹ ਵੈਲਿਊ ਨੂੰ ਆਪਾਂ ਨੰਬਰ 1 ਦਾ ਨੰਬਰ 3। ਹੁਣ ਦੇਖੋ ਤੁਹਾਡੇ ਕੋਲ ਤਿੰਨ ਵੈਲਿਊਜ਼ ਆ ਗਈਆਂ, ਇੱਕ ਆ ਗਈ V2, ਇੱਕ ਆ ਗਈ V3 ਤਾਂ ਇੱਕ ਆ ਗਈ V। ਤਿੰਨਾਂ ਦੇ ਵਿੱਚ ਜਿਹੜੀ ਆ ਇੱਕ ਕਾਮਨ ਵੈਲਿਊ ਹੈਗੀ ਆ V1 ਤੇ ਇੱਕ ਕਾਮਨ ਹੈਗੇ K। ਅਗਰ ਮਤਲਬ ਤੁਹਾਨੂੰ V1 ਦੀ ਵੈਲਿਊ ਪਤਾ ਲੱਗ ਜਾਵੇ ਤਾਂ ਤੁਸੀਂ ਤੇ K ਦੀ ਵੈਲਿਊ ਪਤਾ ਲੱਗ ਜਾਵੇ ਤਾਂ ਤੁਸੀਂ ਬਾਕੀ V2 ਤੇ V3 ਦੀ ਵੈਲਿਊ ਕੱਢ ਸਕਦੇ ਆ। ਤੇ ਜਿਹੜੀ V ਕੈਪੀਟਲ V ਆ ਇਹ ਸਾਨੂੰ ਨੋਨ ਵੈਲਿਊ ਆ, ਕਿਉਂਕਿ ਸਾਨੂੰ ਜੋ ਟਰਾਂਸਮਿਸ਼ਨ ਦੀ ਲਾਈਨ ਦੀ ਵੋਲਟੇਜ ਹੈਗੀ ਉਹ ਵੈਲਿਊ ਹੁੰਦੀ ਆ। ਦੇਅਰਫੋਰ ਕਹਿੰਦਾ V1 = V/1 + k ਬ੍ਰੈਕਟ ਬੰਦ ਬ੍ਰੈਕਟ ਸ਼ੁਰੂ 1 + 3k, ਤੇ V2 = V1 1 + k ਤੇ V3 = ਇਹ ਆ ਗਈ V1 ਬ੍ਰੈਕਟ ਦੇ ਵਿੱਚ 1 + 3k + k²। ਹੁਣ ਤਿੰਨੇ ਵੋਲਟੇਜਸ ਪਤਾ ਲੱਗ ਗਈਆਂ। ਦੇਖੋ ਤਿੰਨਾਂ ਦੇ ਅਕਰੋਸ ਵੋਲਟੇਜ ਤੁਹਾਨੂੰ V1 ਵੀ ਪਤਾ ਲੱਗ ਗਈ, V2 ਵੀ ਪਤਾ ਲੱਗੀ ਤੇ V3 ਵੀ ਪਤਾ ਲੱਗ ਗਈ। ਸਾਰੀਆਂ ਵੋਲਟੇਜ ਜਿਹੜੀਆਂ ਤੁਸੀਂ ਫਾਈਂਡ ਆਊਟ ਕਰ ਸਕਦੇ ਆ। ਹੁਣ ਸਾਨੂੰ ਐਫੀਸ਼ੀਐਂਸੀ ਕੀ ਆ? ਸਾਨੂੰ ਦੋ ਵੋਲਟੇਜ ਚਾਹੀਦੇ ਆ। ਇੱਕ ਚਾਹੀਦੀ V, ਉਹ ਗਿਵਨ ਹੁੰਦੀ ਆ 11 kV ਆ 33 kV ਆ 66 kV 132 kV 200 ਜਿੰਨੀ ਵੀ ਉਹ ਗਿਵਨ ਹੈ। ਤੇ ਦੂਜੀ ਤੁਸੀਂ ਇਸ ਫਾਰਮੂਲਾ ਲਾ ਕੇ ਤੁਸੀਂ K ਦੀ ਵੈਲਿਊ ਤੁਹਾਨੂੰ ਅਗਰ ਦਿੱਤੀ ਹੋਵੇ ਤਾਂ ਵੈਲਿਊ ਤੁਸੀਂ V1 V2 V3 ਕਿਸੇ ਦੀ ਵੀ ਵੈਲਿਊ ਕੱਢ ਸਕਦੇ ਹੈਗੇ ਆ। ਹੁਣ ਦੇਖੋ ਐਫੀਸ਼ੀਐਂਸੀ ਦਾ ਫਾਰਮੂਲਾ ਕੀ ਸੀਗਾ? ਵੋਲਟੇਜ ਪਾਵਰ ਵੋਲਟੇਜ ਜਿਹੜੀ ਸੀਗੀ ਉਹਨੂੰ ਆਪਾਂ ਡਿਵਾਈਡ ਕਰਨਾ ਸੀ ਨੰਬਰ ਆਫ ਡਿਸਕ ਦੇ ਵਿੱਚ ਤਾਂ ਮਲਟੀਪਲਾਈਡ ਬਾਏ ਵੋਲਟੇਜ ਕ੍ਰੋਸ ਡਿਸਕ ਨੀਅਰੈਸਟ ਟੂ ਕੰਡਕਟਰ। ਹੁਣ ਨੀਅਰ ਟੂ ਕੰਡਕਟਰ ਜਿਹੜੀ ਕੰਡਕਟਰ ਦੇ ਬਿਲਕੁਲ ਲਾਗੇ ਜਿਹੜੀ ਬਣਦੀ ਸੀਗੀ ਵੋਲਟੇਜ ਕਿੰਨੀ ਬਣਦੀ ਸੀ V3। ਤੇ ਇਸ ਕਰਕੇ ਫਾਰਮੂਲਾ ਬਣ ਗਿਆ ਸਟਿੰਗ ਐਫੀਸ਼ੀਐਂਸੀ = V × 100/3, ਕਿਉਂਕਿ ਡਿਸਕ ਨੰਬਰ ਆਫ ਡਿਸਕ ਕਿੰਨੀਆਂ 3 3 × V3। V3 ਇਜ਼ ਦਾ ਵੋਲਟੇਜ ਨੀਅਰੈਸਟ ਟੂ ਕੰਡਕਟਰ ਇਨਟੂ ਇਹ ਜਿਹੜਾ ਵੈਲਿਊ ਸਾਰੀ ਬਣ ਗਈ, ਇਹ ਬਣ ਗਈ ਤੁਹਾਡੀ ਸਟਿੰਗ ਐਫੀਸ਼ੀਐਂਸੀ। ਕਹਿੰਦਾ ਫਰੋਮ ਦਾ ਅਬਵ ਐਕਸਪ੍ਰੈਸ਼ਨ ਆਫ V1 V2 V3 ਵੀ ਓਬਜ਼ਰਵ ਦੈਟ ਮੋਰ ਦਾ ਵੈਲਿਊ ਆਫ K। ਕਹਿੰਦਾ ਜਿੰਨੀ K ਦੀ ਵੈਲਿਊ ਜ਼ਿਆਦਾ ਹੋਗੀ ਮੋਰ ਨੋਨ ਯੂਨੀਫਾਰਮ ਇਜ਼ ਪੋਟੈਂਸ਼ੀਅਲ ਡਿਸਟ੍ਰੀਬਿਊਸ਼ਨ। ਜਿੰਨੀ K ਦੀ ਵੈਲਿਊ ਜ਼ਿਆਦਾ ਹੋਗੀ ਉਨੀ ਨੋਨ ਯੂਨੀਫਾਰਮ ਡਿਸਟ੍ਰੀਬਿਊਸ਼ਨ ਹੋਏਗੀ। ਇਹਦਾ ਮਤਲਬ ਉਨੀ ਐਫੀਸ਼ੀਐਂਸੀ ਜਿਹੜੀ ਆ ਉਹ ਘੱਟ ਹੋਏਗੀ। ਐਂਡ ਹੈਂਸ ਲੈਸ ਦਾ ਐਫੀਸ਼ੀਐਂਸੀ ਆਫ ਦਾ ਸਟਿੰਗ। ਜਿੰਨੀ K ਦੀ ਵੈਲਿਊ ਜ਼ਿਆਦਾ ਉਨੀ ਐਫੀਸ਼ੀਐਂਸੀ ਘੱਟ, ਜਿੰਨੀ K ਦੀ ਵੈਲਿਊ ਘੱਟ ਉਨੀ ਐਫੀਸ਼ੀਐਂਸੀ ਜ਼ਿਆਦਾ। Also, as the number of discs increases in the suspension insulator, the inequality in voltage distribution increases। ਕਹਿੰਦਾ ਜਿੰਨੀਆਂ ਇਸ ਕਰਕੇ ਡਿਸਕ ਤੁਸੀਂ ਵਧਾਈ ਜਾਓਗੇ ਉਨੀ ਵੋਲਟੇਜ ਇਕੁਐਲਿਟੀ ਜਿਹੜੀ ਆ ਮਤਲਬ ਵੋਲਟੇਜ ਡ੍ਰੌਪਸ ਜਿਹੜੇ ਆ ਉਹ ਅਨਇਕੁਅਲ ਹੋ ਜਾਣਗੇ ਡਿਸਕ ਦੇ ਅਕਰੋਸ। ਜਿੰਨੀ ਆਪਾਂ ਕਿਉਂਕਿ ਨੰਬਰ ਆਫ ਡਿਸਕ ਜਿੰਨੀਆਂ ਜ਼ਿਆਦਾ ਹੋ ਗਈਆਂ ਉਨੀ ਵੋਲਟੇਜ ਜਿਹੜੀਆਂ ਉਹ ਡਿਸਟ੍ਰੀਬਿਊਸ਼ਨ ਅਲੱਗ-ਅਲੱਗ ਹੋਣਗੀਆਂ। ਕਹਿੰਦਾ ਦਾ ਸ਼ਾਰਟਰ ਸਟਿੰਗ ਹੈਜ਼ ਮੋਰ ਐਫੀਸ਼ੀਐਂਸੀ ਦੈਨ ਲਾਰਜਰ ਸਟਿੰਗ। ਇਸ ਕਰਕੇ ਕਹਿੰਦਾ ਜਿਹੜੀ ਸ਼ਾਰਟਰ ਸਟਿੰਗ ਹੋਊਗੀ ਉਹਦੀ ਐਫੀਸ਼ੀਐਂਸੀ ਜਿਹੜੀ ਆ ਲਾਰਜਰ ਸਟਿੰਗ ਨਾਲੋਂ ਜ਼ਿਆਦਾ ਹੋਏਗੀ। ਹੁਣ ਗਿਆ ਕਹਿੰਦਾ ਮੈਥਡਸ ਟੂ ਇੰਪਰੂਵ ਦਾ ਸਟਿੰਗ ਐਫੀਸ਼ੀਐਂਸੀ। ਹੁਣ ਆਪਾਂ ਪੜ੍ਹਿਆ ਹੁਣ ਤੱਕ ਜਿਹੜਾ ਕਿ ਜਿਹੜੀ ਸਟਿੰਗ ਐਫੀਸ਼ੀਐਂਸੀ ਹੁੰਦੀ ਆ ਉਹ ਸਾਡੇ ਸਿਸਟਮ ਨੂੰ ਡਿਸਟਰਬ ਕਰਦੀ ਆ, ਖਾਸ ਤੌਰ 'ਤੇ ਜਿਹੜੀਆਂ ਡਿਸਕ ਲੱਗੀਆਂ ਹੁੰਦੀਆਂ ਅਨਇਕੁਐਲਿਟੀ ਹੋਣ ਕਰਕੇ ਅਨਯੂਟੀਲਾਈਜੇਸ਼ਨ ਪ੍ਰੋਪਰ ਯੂਟੀਲਾਈਜੇਸ਼ਨ ਡਿਸਕ ਦੀਆਂ ਨਹੀਂ ਹੁੰਦੀਆਂ, ਇਕੁਅਲ ਨਹੀਂ ਹੁੰਦੀ। ਇਸ ਕਰਕੇ ਜਿਹੜੀ ਡਿਸਕ ਆ ਨੀਅਰ ਟੂ ਕੰਡਕਟਰ ਹੁੰਦੀ ਆ ਉਹ ਜਲਦੀ ਪੰਕਚਰ ਹੁੰਦੀ ਆ ਅਤੇ ਬਾਕੀ ਦੀਆਂ ਡਿਸਕ ਜਿਹੜੀਆਂ ਬਚ ਜਾਂਦੀਆਂ। ਇਸ ਕਰਕੇ ਇਸ ਚੀਜ਼ ਨੂੰ ਇੰਪਰੂਵ ਕਰਨ ਲਈ ਤਾਂ ਕਿ ਜਿਹੜੀਆਂ ਬਰਾਬਰ ਡਿਸਟ੍ਰੀਬਿਊਸ਼ਨ ਰਵੇ ਤਾਂ ਅਸੀਂ ਕੀ ਕਰਦੇ ਹਾਂ 3 ਮੈਥਡਸ ਯੂਜ਼ ਕਰਦੇ ਹਾਂ। ਨੰਬਰ 1 ਬਾਈ ਯੂਜ਼ਿੰਗ ਲੌਂਗਰ ਕ੍ਰੋਸ ਆਰਮਸ ਆਪਾਂ ਲੰਬੀਆਂ ਅਗਰ ਯੂਜ਼ ਕਰਾਂਗੇ। ਇੱਕ ਬਾਏ ਗ੍ਰੇਡਿੰਗ ਦਾ ਇੰਸੂਲੇਟਰਸ
ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਗ੍ਰੇਡਿੰਗ ਵਾਲੇ ਇੰਸੂਲੇਟਰਸ ਯੂਜ਼ ਕਰ ਸਕਦੇ ਹਾਂ ਸਟਿੰਗ ਐਫੀਸ਼ੀਐਂਸੀ ਇੰਪਰੂਵ ਕਰਨ ਨੂੰ। ਅਤੇ ਤੀਜਾ ਹੈ ਬਾਈ ਯੂਜ਼ਿੰਗ ਦਾ ਗਾਰਡ ਰਿੰਗ। ਅਗਰ ਆਪਾਂ ਗਾਰਡ ਰਿੰਗਸ ਜਿਹੜੀਆਂ ਯੂਜ਼ ਕਰੀਏ ਉਹਦੇ ਨਾਲ ਵੀ ਐਫੀਸ਼ੀਐਂਸੀ ਜਿਹੜੀ ਆ ਉਹ ਸਾਡੀ ਜਿਹੜੀ ਇੰਪਰੂਵ ਹੋ ਸਕਦੀ ਹੈਗੀ ਆ। ਇਹ 3 ਮੈਥਡ ਜਿਹੜੇ ਆਪਾਂ ਡਿਸਕਸ ਕਰਦੇ ਹਾਂ ਥੋੜ੍ਹੇ। ਹੁਣ ਦੇਖੋ ਪਹਿਲਾ ਮੈਥਡ ਹੈ, ਕਹਿੰਦਾ ਬਾਈ ਯੂਜ਼ਿੰਗ ਲੌਂਗਰ ਕ੍ਰੋਸ ਆਰਮਸ। ਲੰਬੀਆਂ ਕ੍ਰੋਸ ਆਰਮਸ ਅਗਰ ਆਪਾਂ ਯੂਜ਼ ਕਰਦੇ ਹਾਂ ਤਾਂ ਕਿੰਨਾ ਉਹ ਇਫੈਕਟ ਕਰਦਾ ਹੈਗਾ ਐਫੀਸ਼ੀਐਂਸੀ ਨੂੰ। ਕਹਿੰਦਾ ਦਾ ਵੈਲਿਊ ਆਫ ਸਟਿੰਗ ਐਫੀਸ਼ੀਐਂਸੀ ਡਿਪੈਂਡਸ ਅਪੋਨ ਦਾ ਵੈਲਿਊ ਆਫ ਕੇ, ਦੈਟ ਇਜ਼ ਰੇਸ਼ੋ ਆਫ ਸ਼ੰਟ ਕਪੈਸਿਟੈਂਸ ਟੂ ਮਿਊਚੁਅਲ ਕਪੈਸਿਟੈਂਸ। ਹੁਣ ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ, ਜੇ ਹੁਣੇ ਆਪਾਂ ਇੱਥੋਂ ਜਦੋਂ ਆਪਾਂ ਪੜ੍ਹਿਆ ਸੀ ਉਹਦੇ ਵਿੱਚ ਸੀਗਾ C1 ਇਕੁਅਲ ਟੂ KC। ਹੁਣ ਇਹਦਾ ਮਤਲਬ ਅਗਰ ਆਪਾਂ K ਦੀ ਵੈਲਿਊ ਲੈਣੀ ਹੋਵੇ ਤਾਂ K ਇਕੁਅਲ ਟੂ ਕਿਹਦੇ ਹੋਊਗੀ ਫਿਰ ਤਾਂ C1/C ਜੇ K ਦੀ ਵੈਲਿਊ ਲੈਣੀ। ਕਹਿੰਦਾ ਦਾ ਲੈਸਰ ਦਾ ਵੈਲਿਊ K। ਹੁਣ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜਿੰਨੀ K ਦੀ ਵੈਲਿਊ ਘੱਟ ਹੋਏਗੀ ਦਾ ਗ੍ਰੇਟਰ ਇਜ਼ ਦਾ ਸਟਿੰਗ ਐਫੀਸ਼ੀਐਂਸੀ ਐਂਡ ਮੋਰ ਯੂਨੀਫਾਰਮ ਇਜ਼ ਦਾ ਵੋਲਟੇਜ ਡਿਸਟ੍ਰੀਬਿਊਸ਼ਨ। ਜਿੰਨੀ ਐਫੀਸ਼ੀਐਂਸੀ ਵਧੀਆ ਹੋਏਗੀ ਉਨੀ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਵਧੀਆ ਹੋਏਗੀ। ਇਕੁਅਲ ਡਿਸਟ੍ਰੀਬਿਊਸ਼ਨ ਜਿਹੜੀ ਆ ਸਟਿੰਗ ਦੇ ਅਕਰੋਸ ਹੋਏਗੀ। ਉਹ ਤਾਂ ਪੋਸੀਬਲ ਹੋ ਸਕਦਾ ਜੇ K ਦੀ ਵੈਲਿਊ ਘੱਟ ਹੈ। ਮੈਂ ਕਹਿੰਦਾ ਦਾ ਵੈਲਿਊ ਆਫ K ਕੈਨ ਵੀ ਡਿਕਰੀਜ਼ ਬਾਈ ਰਿਡਿਊਸਿੰਗ ਦਾ ਸ਼ੰਟ ਕਪੈਸਿਟੈਂਸ। ਹੁਣ K ਦੀ ਵੈਲਿਊ ਘਟਾਉਣ ਲਈ ਸਾਨੂੰ ਸ਼ੰਟ ਕਪੈਸਿਟੈਂਸ ਦੀ ਵੈਲਿਊ ਜਿਹੜੀ ਆ ਘਟਾਉਣੀ ਪਊਗੀ। ਹੁਣ ਸ਼ੰਟ ਕਪੈਸਿਟੈਂਸ ਦੀ ਵੈਲਿਊ ਕਿੱਦਾਂ ਘਟੇਗੀ, ਕਿਉਂਕਿ ਇਹ ਜਿਹੜਾ ਸ਼ੰਟ ਕਪੈਸਿਟੈਂਸ ਹੈ ਇਹ ਡਿਊ ਟੂ ਡਿਸਟੈਂਸ ਬਿਟਵੀਨ ਟਾਵਰ ਐਂਡ ਕੰਡਕਟਰ ਦੇ ਕਰਕੇ ਬਣਿਆ। ਹੁਣ ਆਪਾਂ ਕਰਾਂਗੇ ਇਨ ਆਰਡਰ ਟੂ ਰਿਡਿਊਸ ਸ਼ੰਟ ਕਪੈਸਿਟੈਂਸ ਦਾ ਡਿਸਟੈਂਸ ਆਫ ਕੰਡਕਟਰ ਫਰੋਮ ਟਾਵਰ ਮਸਟ ਬੀ ਇਨਕਰੀਜ਼ਡ। ਮਤਲਬ ਕੰਡਕਟਰ ਦਾ ਟਾਵਰ ਤੋਂ ਡਿਸਟੈਂਸ ਨੂੰ ਅਗਰ ਆਪਾਂ ਇਨਕਰੀਜ਼ ਕਰ ਦਈਏ ਤਾਂ ਸਾਡਾ ਸ਼ੰਟ ਕਪੈਸਿਟੈਂਸ ਜਿਹੜੀ ਉਹਦੀ ਵੈਲਿਊ ਘਟ ਜਾਂਦੀ ਆ। ਬਟ ਦੈਟ ਇਜ਼ ਲੌਂਗਰ ਕ੍ਰੋਸ ਆਰਮ ਸ਼ੁੱਡ ਬੀ ਯੂਜ਼ਡ। However, limitation of cost and strength of tower do not allow the use of very long cross arms। ਇਸ ਕਰਕੇ ਆਪਾਂ ਕਹਿੰਦਾ ਕ੍ਰੋਸ ਆਰਮ ਜ਼ਿਆਦਾ ਵੱਡੀਆਂ ਨਹੀਂ ਯੂਜ਼ ਕਰ ਸਕਦੇ ਵੀ ਆਪਾਂ ਬਹੁਤ ਵੱਡੀਆਂ ਕ੍ਰੋਸ ਆਰਮਸ ਯੂਜ਼ ਕਰ ਲਈਏ K ਦੀ ਵੈਲਿਊ ਘਟਾਉਣ ਲਈ। ਕਹਿੰਦਾ ਇਨ ਪ੍ਰੈਕਟਿਸ K ਇਕੁਅਲ ਟੂ 0.1 ਇਜ਼ ਦਾ ਲਿਮਿਟ ਦੈਟ ਕੈਨ ਬੀ ਅਚੀਵਡ ਬਾਏ ਦਿਸ ਮੈਥਡ। ਕਹਿੰਦਾ ਸਿਰਫ 0.1 ਤੋਂ ਆਪਾਂ ਵੈਲਿਊ ਘਟਾ ਨਹੀਂ ਸਕਦੇ। ਇਸ ਤੋਂ ਜ਼ਿਆਦਾ ਵੈਲਿਊ ਘਟਾਵਾਂਗੇ ਤਾਂ ਸਾਡੀਆਂ ਕ੍ਰੋਸ ਆਰਮ ਜਿਹੜੀਆਂ ਉਹ ਬਹੁਤ ਜ਼ਿਆਦਾ ਵੱਡੀਆਂ ਹੋ ਜਾਣਗੀਆਂ, ਜਿਹੜੀਆਂ ਕਿ ਸਾਡੇ ਕੋਸਟ ਨੂੰ ਇਨਕਰੀਜ਼ ਕਰਦੀਆਂ ਅਤੇ ਟਾਵਰ ਦੀ ਸਟਰੈਂਥ ਨੂੰ ਵੀ ਘਟਾਉਂਦੀਆਂ ਹੈਗੀਆਂ। ਇਸ ਕਰਕੇ ਇਹ ਮੈਥਡ ਜਿਹੜਾ ਜ਼ਿਆਦਾ ਆਪਾਂ ਯੂਜ਼ ਨਹੀਂ ਕਰਦੇ, ਜ਼ਿਆਦਾ ਕਿ ਬਹੁਤ। ਹੁਣ ਦੇਖੋ ਦੂਜਾ ਮੈਥਡ ਹੈ ਬਾਈ ਗ੍ਰੇਡਿੰਗ ਦਾ ਇੰਸੂਲੇਟਰਸ। ਇਹ ਵੀ ਦੇਖੋ ਪੜ੍ਹਦੇ ਹਾਂ ਫਿਰ ਮੈਂ ਤੁਹਾਨੂੰ ਸਮਝਾਉਂਦਾ। ਕਹਿੰਦਾ ਇਨ ਦਿਸ ਮੈਥਡ ਇੰਸੂਲੇਟਰਸ ਆਫ ਡਿਫਰੈਂਟ ਡਾਇਮੈਂਸ਼ਨਸ ਆਰ ਸੋ ਚੂਜ਼ਨ ਦੈਟ ਈਚ ਹੈਜ਼ ਏ ਡਿਫਰੈਂਟ ਕਪੈਸਿਟੈਂਸ। The insulators are capacitance graded, that is they are assembled in a string in such a way that the top unit has the minimum capacitance increasing progressively as the bottom unit that is nearest to the conductor is reached. Since voltage is inversely proportional to capacitance, this method tends to equalize the potential distribution across the unit in the string. ਦਿਸ ਮੈਥਡ ਹੁਣ ਚਲੋ ਪਹਿਲਾਂ ਇੱਥੇ ਤੱਕ ਸਮਝਾਉਣਾ ਤੁਹਾਨੂੰ। ਕਹਿੰਦਾ ਕਿ ਬੜਾ ਸਿੰਪਲ ਜਿਹਾ ਤਰੀਕਾ। ਕਹਿੰਦਾ ਕਿ ਆਪਾਂ ਨੂੰ ਜੇ ਸੀਰੀਜ਼ ਵਿੱਚ ਜਿਹੜੇ ਕਪੈਸਿਟੈਂਸ ਅਟੈਚ ਕੀਤੇ ਆ ਅਗਰ ਆਪਾਂ ਉਹਨਾਂ ਦੀ ਵੈਲਿਊਜ਼ ਨੂੰ ਚੇਂਜ ਕਰ ਦਈਏ ਤਾਂ ਹੋ ਸਕਦਾ ਸਾਡੇ ਵੋਲਟੇਜ ਜਿਹੜੇ ਡ੍ਰੌਪਸ ਆ ਉਹ ਸਾਰੇ ਜਿਹੜੇ ਆ ਉਹ ਚੇਂਜ ਹੁੰਦੇ। ਦੇਖੋ ਕਹਿੰਦਾ ਇੰਸੂਲੇਟਰ ਆਫ ਡਿਫਰੈਂਟ ਡਾਇਮੈਂਸ਼ਨਸ, ਅਲੱਗ-ਅਲੱਗ ਡਾਇਮੈਂਸ਼ਨ ਦੇ ਇੰਸੂਲੇਟਰ ਅਗਰ ਆਪਾਂ ਯੂਜ਼ ਕਰੀਏ, ਆਪਾਂ ਇਸ ਹਿਸਾਬ ਨਾਲ ਯੂਜ਼ ਕਰੀਏ ਮਤਲਬ ਕਿ ਜਿਹੜਾ ਪਹਿਲਾ ਕਪੈਸਿਟਰ ਨੀਅਰ ਟੂ ਡਿਸਕ ਹੈਗਾ ਉਹਦੀ ਕਪੈਸਿਟੈਂਸ ਦੀ ਵੈਲਿਊ ਇੱਦਾਂ ਹੋਏ ਕਿ ਉਹਦੇ ਕ੍ਰੋਸ ਵੋਲਟੇਜ ਡ੍ਰੌਪਸ ਵੱਧ ਜਾਣ ਅਤੇ ਜਿਹੜਾ ਬਿਲਕੁਲ ਥਰਡਾ ਕਪੈਸਿਟਰ ਹੈ ਜਿਹੜਾ ਕਿ ਕੰਡਕਟਰ ਦੇ ਨਾਲ ਅਟੈਚ ਹੈਗਾ ਉਹ ਇਸ ਹਿਸਾਬ ਨਾਲ ਐਡਜਸਟ ਕੀਤਾ ਜਾਵੇ, ਵੱਡਾ ਛੋਟਾ ਕੀਤਾ ਜਾਵੇ ਕਿ ਉਹਦੀ ਜਿਹੜੀ ਵੈਲਿਊ ਆ ਇਸ ਹਿਸਾਬ ਨਾਲ ਐਡਜਸਟ ਕੀਤੀ ਜਾਵੇ, ਉਹਦੇ ਵੋਲਟੇਜ ਡ੍ਰੌਪਸ ਜਿਹੜੇ ਉਹ ਘਟ ਜਾਣ। ਮਤਲਬ ਜਿਹੜੇ ਘੱਟ ਸੀਗੇ ਉਹਦੀ ਕਪੈਸਿਟੈਂਸ ਚੇਂਜ ਕਰਕੇ ਇੰਸੂਲੇਟਰ ਦਾ ਸਾਈਜ਼ ਚੇਂਜ ਕਰਕੇ ਡਿਸਕ ਦਾ ਸਾਈਜ਼ ਚੇਂਜ ਕਰਕੇ ਆਪਾਂ ਉਹਦੀ ਵੋਲਟੇਜ ਵਧਾ ਦਈਏ ਤਾਂ ਥੱਲੜੇ ਦੀ ਘਟਾ ਦਈਏ। ਇਸ ਤਰ੍ਹਾਂ ਆਪਾਂ ਇਹ ਪੋਸੀਬਲ ਹੋ ਸਕਦਾ ਕਿ ਆਪਾਂ ਨੀਅਰ ਟੂ ਇਕੁਅਲ ਪੋਟੈਂਸ਼ੀਅਲ ਡਿਫਰੈਂਸ ਦੇ ਕ੍ਰੋਸ ਆਪਾਂ ਪਹੁੰਚ ਜਾਈਏ। ਬਟ ਕਹਿੰਦਾ ਹੁਣ ਅੱਗੇ ਕੀ ਕਹਿੰਦਾ ਦਿਸ ਮੈਥਡ ਹੈਜ਼ ਡਿਸਐਡਵਾਂਟੇਜ ਦੈਟ ਲਾਰਜ ਨੰਬਰ ਆਫ ਡਿਫਰੈਂਟ ਸਾਈਜ਼ ਇੰਸੂਲੇਟਰਸ ਆਰ ਰਿਕੁਆਇਰਡ। ਹੁਣ ਨੈਚੁਰਲ ਆ ਕਿ ਆਪਾਂ ਤਾਂ ਡਿਸਕ ਦਾ ਸਾਈਜ਼ ਚੇਂਜ ਕਰਕੇ ਹੀ ਕਪੈਸਿਟੈਂਸ ਦੀ ਵੈਲਿਊ ਚੇਂਜ ਕਰਨੀ ਹੈ ਨਾ, ਤਾਂ ਇਸ ਕਰਕੇ ਕਹਿੰਦਾ ਸਾਨੂੰ ਜਿੰਨੇ ਕਪੈਸਿਟਰ ਲੱਗੇ ਆ ਜਿੰਨੀਆਂ ਤੁਸੀਂ ਉਹਦੇ ਕਪੈਸਿਟੈਂਸ ਦੀ ਚੇਂਜ ਕਰਨੀ ਸੋਰੀ ਜਿੰਨੀਆਂ ਡਿਸਕ ਲੱਗੀਆਂ ਉਹਦੀ ਜਿੰਨੀ ਤੁਸੀਂ ਵੈਲਿਊ ਚੇਂਜ ਕਰਨੀ ਓਨੇ ਟਾਈਪਸ ਦੀਆਂ ਤੁਹਾਨੂੰ ਜਿਹੜੀਆਂ ਡਿਸਕ ਜਿਹੜੀਆਂ ਚਾਹੀਦੀਆਂ ਹੈਗੀਆਂ। ਹੋਰ ਗੁੱਡ ਰਿਜ਼ਲਟ ਕੈਨ ਬੀ ਅਬਟੇਨਡ ਬਾਈ ਯੂਜ਼ਿੰਗ ਸਟੈਂਡਰਡ ਇੰਸੂਲੇਟਰਸ ਫॉर मोस्ट ऑफ द स्ट्रिंग द लार्ज यूनिट फॉर द नियर टू द ਲਾਈਨ ਕੰਡਕਟਰ। ਪਰ ਫਿਰ ਵੀ ਕਹਿੰਦਾ ਜੇ ਆਪਾਂ ਨੂੰ ਐਮਰਜੈਂਸੀ ਲੋਡ ਪਵੇ ਤਾਂ ਆਪਾਂ ਬਾਕੀ ਸਾਰੇ ਵੈਲਿਊਜ਼ ਜਿਹੜੀਆਂ ਸੇਮ ਰੱਖਦੇ ਹਾਂ, ਲੇਕਿਨ ਜਿਹੜਾ ਕੰਡਕਟਰ ਦੇ ਬਿਲਕੁਲ ਲਾਗੇ ਦਾ ਜਿਹੜਾ ਯੂਨਿਟ ਹੈ ਉਹਦਾ ਸਾਈਜ਼ ਥੋੜ੍ਹਾ ਵੱਡਾ ਕਰ ਲੈਣਾ। ਇਸ ਤਰ੍ਹਾਂ ਆਪਾਂ ਕਰ ਸਕਦੇ ਹੈਗੇ। ਇੱਕ ਇਹ ਮੈਥਡ ਹੈਗਾ। ਇਹ ਹੁਣ ਲਾਸਟ ਮੈਥਡ ਦੇਖੋ ਬਾਈ ਯੂਜ਼ਿੰਗ ਏ ਗਾਰਡ ਰਿੰਗ। ਡਾਇਗਰਾਮ ਦੇਖੋ ਤੁਸੀਂ ਧਿਆਨ ਨਾਲ। ਡਾਇਗਰਾਮ ਦੇ ਵਿੱਚ ਜੋ ਪਹਿਲਾ ਕਪੈਸਿਟਰ 3 ਕਪੈਸਿਟਰ ਬਣੇ ਹੋਏ ਦੇਖੋ 1 2 3 ਉੱਪਰ ਤੱਕ। ਸਭ ਤੋਂ ਥਰੜੇ ਕਪੈਸਿਟਰ ਦੇ ਜਿਹੜਾ ਕੰਡਕਟਰ ਹੈ ਜਿਹੜਾ ਕਪੈਸਿਟਰ ਹੈ ਸੌਰੀ ਡਿਸਕ ਹੈ ਉਹਦੇ ਆਪਣੇ ਆਲੇ ਦੁਆਲੇ ਇੱਕ ਗਾਰਡ ਰਿੰਗ ਲਾ ਦਿੰਦੇ ਹਾਂ। ਗਾਰਡ ਰਿੰਗ ਕਹਦੀ ਮੈਟੈਲਿਕ ਰਿੰਗ। ਪੂਰੇ ਕੰਡਕਟਰ ਦੇ ਥੱਲੇ ਪਾਸੇ ਤੁਸੀਂ ਦੇਖਿਆ ਹੋਊਗਾ ਕਿ ਟਾਵਰਸ ਦੇ ਥੱਲੇ ਪਾਸੇ ਇੱਕ ਗਾਰਡ ਰਿੰਗ ਲੱਗੀ ਹੁੰਦੀ ਆ
ਉਹ ਜਿਹੜੀ ਗਾਰਡ ਰਿੰਗ ਹੈ ਉਹ ਸਿਰਫ ਇਸ ਮਤਲਬ ਪੂਰੀ ਸਟਿੰਗ ਦੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਵਾਸਤੇ ਲਗਾਈ ਹੁੰਦੀ ਹੈ। ਕੀ ਕਹਿੰਦਾ ਦਾ ਪੋਟੈਂਸ਼ੀਅਲ ਅਕ੍ਰੋਸ ਈਚ ਯੂਨਿਟ ਇਨ ਏ ਸਟਿੰਗ ਕੈਨ ਬੀ ਇਕੁਲਾਈਜ਼ਡ ਬਾਈ ਯੂਜ਼ਿੰਗ ਏ ਗਾਰਡ ਰਿੰਗ। ਕਹਿੰਦਾ ਇੱਕ ਗਾਰਡ ਰਿੰਗ ਯੂਜ਼ ਕਰਕੇ ਆਪਾਂ ਜਿਹੜੇ ਆ ਉਹ ਉਹਨੂੰ ਇਕੁਲਾਈਜ਼ ਕਰ ਸਕਦੇ ਹੈਗੇ ਆ ਸਟਿੰਗ ਦੀ ਐਫੀਸ਼ੀਐਂਸੀ ਮਤਲਬ ਵਧਾਉਣ ਲਈ ਆਪਾਂ ਜਿਹੜੀ ਵੋਲਟੇਜ ਡ੍ਰੌਪਸ ਆ ਇਕੁਅਲ ਕਰ ਸਕਦੇ ਆ। which a metal ring electrically connected to the conductor and surrounding the bottom insulator as shown in the figure below। ਕਹਿੰਦਾ ਜਿਸ ਤਰ੍ਹਾਂ ਫਿਗਰ ਦੇ ਵਿੱਚ ਦਿਖਾਇਆ ਕਹਿੰਦਾ ਕਿ ਇਹ ਜਿਹੜਾ ਆ ਇਲੈਕਟ੍ਰੀਕਲੀ ਕਨੈਕਟਡ ਟੂ ਦਾ ਕੰਡਕਟਰ ਨਾਲ ਇਲੈਕਟ੍ਰੀਕਲੀ ਕਨੈਕਟਡ ਕਰ ਦਿੱਤਾ ਜਾਂਦਾ ਅਤੇ ਐਂਡ ਸਰਾਊਂਡਿੰਗ ਦਾ ਬੋਟਮ ਇੰਸੂਲੇਟਰ ਅਤੇ ਬੋਟਮ ਵਾਲੇ ਇੰਸੂਲੇਟਰ ਦੇ ਆਲੇ ਦੁਆਲੇ ਨੂੰ ਆਪਾਂ ਜਿਹੜਾ ਰਿੰਗ ਨੂੰ ਘੁਮਾ ਦਿੰਦੇ ਹੈਗੇ ਆ। ਦਾ ਗਾਰਡ ਰਿੰਗ ਇੰਟਰੋਡਿਊਸਿਸ ਕਪੈਸਿਟੈਂਸ ਬਿਟਵੀਨ ਮੈਟਲ ਫਿਟਿੰਗਸ। ਹੁਣ ਇਹ ਗਾਰਡ ਰਿੰਗ ਵੀ ਮੈਟੈਲਿਕ ਮਤਲਬ ਬਣ ਗਿਆ, ਇਹਦਾ ਆਪਣਾ ਇੱਕ ਕਪੈਸਿਟੈਂਸ ਬਣ ਗਿਆ। ਹੁਣ ਕੀ ਕਰੇਗਾ ਐਂਡ ਦਾ ਲਾਈਨ ਕੰਡਕਟਰ ਦੇ ਵਿੱਚ ਅਤੇ ਜਿਹੜੀ ਗਾਰਡ ਰਿੰਗ ਹੈ ਇਹਦੇ ਵਿੱਚ ਇੱਕ ਕਪੈਸਿਟੈਂਸ ਬਣ ਗਿਆ। ਤੁਸੀਂ ਡਾਇਗਰਾਮ 'ਚ ਦੇਖ ਸਕਦੇ ਆ C2 ਅਤੇ C3 ਜਿਹੜਾ ਲਿਖਿਆ ਹੋਇਆ C2 ਅਤੇ C3। ਕਹਿੰਦਾ ਦਾ ਗਾਰਡ ਰਿੰਗ ਇਜ਼ ਕਨੈਕਟਡ ਇਨ ਸੱਚ ਵੇ ਦੈਟ ਦਾ ਸ਼ੰਟ ਕਪੈਸਿਟੈਂਸ ਕਰੰਟਸ ਜਿਹੜੇ I1 ਅਤੇ I2 ਫਿਗਰ ਦੇ ਵਿੱਚ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਉਹ ਵਾਲੇ ਆਰ ਇਕੁਅਲ ਟੂ ਮੈਟੈਲਿਕ ਫਿਟਿੰਗ ਲਾਈਨ ਕਪੈਸਿਟੈਂਸ ਕਰੰਟਸ I-1 ਅਤੇ I-2। ਹੁਣ ਜਿਹੜੀ ਆਪਾਂ ਰਿੰਗ ਬਣਾਈ ਆ ਉਹਦਾ ਜਿਹੜਾ ਕਪੈਸਿਟੈਂਸ C3 ਅਤੇ C2 ਬਣਿਆ, C2 ਦੇ ਵਿੱਚ ਦੇਖੋ I-1 ਆ ਅਤੇ C3 ਦੇ ਵਿੱਚ I-2 ਹੈ। ਕਹਿੰਦਾ ਇਹ ਕਰੰਟ I-1 ਇਹ ਇਕੁਅਲ ਹੋਣਾ ਚਾਹੀਦਾ, ਇਸ ਆਪਾਂ ਫਿਟਿੰਗ ਕਰਨੀ ਹੈ ਇਕੁਅਲ ਨਹੀਂ ਹੁੰਦਾ I-1 ਦੇ ਨਾਲ। ਇਸ ਤਰ੍ਹਾਂ I-2 ਇਕੁਅਲ ਹੋਣਾ ਚਾਹੀਦਾ I-2। ਹੁਣ ਤੁਸੀਂ ਬਿਲਕੁਲ ਲਾਸਟ ਵਾਲੀ ਥੱਲੜੇ ਪਾਸੇ ਦੀ ਦੇਖੋ ਧਿਆਨ ਨਾਲ, ਜਿਹੜਾ I-1 ਕਰੰਟ ਜਾਂਦਾ ਹੈਗਾ, ਹੁਣ I-1 ਕਰੰਟ ਜਾਂਦਾ ਅਤੇ ਇੱਧਰੋਂ ਪਹਿਲਾਂ ਕੀ ਸੀ I-2 ਸਾਈਡ 'ਤੇ ਨਿਕਲ ਜਾਂਦਾ ਸੀ। ਇਹਦਾ ਮਤਲਬ I-1 ਜਦੋਂ ਉੱਪਰ ਜਾਂਦਾ ਸੀ ਉਹਦੀ ਵੈਲਿਊ ਘੱਟ ਜਾਂਦੀ ਸੀ। ਪਰ ਹੁਣ ਕੀ ਹੋਇਆ I-1 ਬੇਸ਼ੱਕ I-2 ਇੱਕ ਪਾਸੇ ਨਿਕਲਿਆ ਲੇਕਿਨ ਨਾਲ ਹੀ I-2 ਐਡ ਵੀ ਹੋ ਗਿਆ। ਇਹਦਾ ਮਤਲਬ ਕੀ ਹੋਇਆ ਕਿ ਉੱਪਰਲੇ ਪੋਰਸ਼ਨ ਦੇ ਵਿੱਚ ਸੇਮ ਕਰੰਟ ਹੀ ਫਲੋ ਕਰੂਗਾ I-1 ਅਤੇ ਉੱਪਰਲੇ ਪਾਸੇ ਵੀ I-1, ਕਿਉਂਕਿ I-2 ਨੇ ਨਿਊਟਰਲਾਈਜ਼ ਕਰਤਾ I-2 ਨੂੰ ਨਿਊਟਰਲਾਈਜ਼ ਕਰਤਾ I-2 ਨੇ, ਮਤਲਬ ਇਹ ਨਿਊਟਰਲਾਈਜ਼ ਹੋ ਗਏ, ਇਨਕਮਿੰਗ ਆਊਟਗੋਇੰਗ ਚੱਲ ਗਈ ਬਰਾਬਰ। ਅਤੇ ਇਹਦਾ ਮਤਲਬ ਜਿਹੜਾ ਥੱਲਿਓਂ ਕਰੰਟ ਗਿਆ ਸੀ ਉਹ ਸੇਮ ਕਰੰਟ ਹੀ ਉੱਪਰਲੇ ਪੋਰਸ਼ਨ ਦੇ ਵਿੱਚ ਜਾਏਗਾ। ਦਾ ਰਿਜ਼ਲਟੈਂਟ ਇਜ਼ ਦੈਟ ਸੇਮ ਚਾਰਜਿੰਗ ਕਰੰਟ ਫਲੋ ਥਰੂ ਈਚ ਯੂਨਿਟ ਆਫ ਸਟਿੰਗ। ਇਸ ਕਰਕੇ ਰਿਜ਼ਲਟੈਂਟ ਕਹਿੰਦਾ ਕੀ ਹੋਇਆ ਕਿ ਸੇਮ ਕਰੰਟ ਜਿਹੜਾ ਉਹ ਸਾਰਿਆਂ ਦੇ ਵਿੱਚ ਡਿਸਕ ਦੇ ਵਿੱਚ ਫਲੋ ਕਰੂਗਾ। ਦੇਅਰ ਵਿਲ ਬੀ ਯੂਨੀਫਾਰਮ ਪੋਟੈਂਸ਼ੀਅਲ ਡਿਫਰੈਂਸ ਕਰੋਸ ਦਾ ਯੂਨਿਟਸ। ਇਸ ਕਰਕੇ ਕਹਿੰਦਾ ਕਰੋਸ ਦਾ ਯੂਨਿਟ ਜਿਹੜੇ ਆ ਉਹ ਪੋਟੈਂਸ਼ੀਅਲ ਡਿਫਰੈਂਸ ਜਿਹੜੇ ਆ ਉਹ ਬਰਾਬਰ ਰਹੇਗਾ। ਇਸ ਤਰ੍ਹਾਂ ਇਹ ਜਿਹੜੀ ਗਾਰਡ ਰਿੰਗ ਹੈ ਸਾਡੀ ਹੈਲਪ ਕਰਦੀ ਹੈਗੀ ਆ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਦੇ ਵਿੱਚ। ਲਾਸਟ ਕੀ ਹੈ ਦੇਖੋ ਬੰਡਲ ਕੰਡਕਟਰਸ ਕੀ ਹੁੰਦੇ ਆ। ਬੰਡਲਡ ਕੰਡਕਟਰ ਆਰ ਦੋਜ਼ ਕੰਡਕਟਰ ਵਿਚ ਫਾਰਮ ਫਰੋਮ 2 ਔਰ ਮੋਰ ਸਟੈਂਡਰਡ ਕੰਡਕਟਰ। ਜਿਹੜੇ ਆਪਾਂ ਪਹਿਲਾਂ ਨੋਰਮਲ ਸਟੈਂਡਰਡ ਕੰਡਕਟਰ ਪੜ੍ਹੇ ਆ, ਕਹਿੰਦਾ ਉਹਨਾਂ ਸਟੈਂਡਰਡ ਕੰਡਕਟਰ ਨੂੰ ਇੱਕ ਜਾਂ ਦੋ ਤੋਂ ਜ਼ਿਆਦਾ ਕੰਡਕਟਰ ਦਾ ਆਪਾਂ ਆਪਸ ਜੋੜ ਦਿੰਦੇ ਆ ਤਾਂ ਉਹ ਬਣ ਜਾਂਦੇ ਆ ਬੰਡਲ ਕੰਡਕਟਰ ਬਣ ਜਾਂਦਾ। ਫਿਰ ਪੜ੍ਹਦੇ ਆ ਬੰਡਲ ਕੰਡਕਟਰਸ ਆਰ ਦੋਜ਼ ਕੰਡਕਟਰਸ ਵਿਚ ਫਾਰਮ from 2 or more standard conductors bundled together to get more current carrying capacity। ਮਤਲਬ ਬੰਡਲ ਕੰਡਕਟਰ ਆਪਾਂ ਬਣਾਉਂਦੇ ਕਹਿੰਦਾ ਦੇਖੋ ਡਾਇਗਰਾਮ 'ਚ ਤੁਸੀਂ ਦੇਖੋ 4 ਕੰਡਕਟਰ ਜਿਹੜੇ ਉੱਪਰਲੀ ਡਾਇਗਰਾਮ ਦੇਖੋ 4 ਕੰਡਕਟਰ ਜੋੜੇ ਹੋਏ ਆ ਇੰਸੂਲੇਟਰ ਦੇ ਨਾਲ, ਸੈਪਰੇਟਰ ਕਹਿੰਦੇ ਇਹਨੂੰ, ਸੈਪਰੇਟਰ ਦੇ ਨਾਲ ਜੋੜੇ ਹੋਏ ਆ ਅਤੇ ਇਹ ਇੱਕ ਬੰਡਲ ਕੰਡਕਟਰ ਬਣਾਤਾ। ਮਤਲਬ ਇੱਕ ਕੰਡਕਟਰ ਨਹੀਂ 4 ਕੰਡਕਟਰਾਂ ਦਾ ਇੱਕ ਕੰਡਕਟਰ ਬਣਾਤਾ। ਹੇਅਰ ਵੀ ਯੂਜ਼ 2 or more standard conductors per phase। ਇੱਕ ਦੋ ਤੋਂ ਜ਼ਿਆਦਾ ਜਿੰਨੇ ਥੱਲੇ ਪਾਸੇ ਦੇਖੋ ਕਾਫੀ ਸਾਰੇ ਕੰਡਕਟਰਸ ਹੈਗੇ ਆ, ਇਹ ਵੀ ਬੰਡਲ ਕੰਡਕਟਰ ਹੀ ਆ। ਆਲਸੋ ਟੂ ਇਨਕਰੀਜ਼ ਦਾ ਕਰੰਟ ਕੈਰਿੰਗ ਕੈਪੈਸਿਟੀ ਆਫ ਦਾ ਸਿਸਟਮ ਇਹ ਬੰਡਲ ਕੰਡਕਟਰਸ ਆਲਸੋ ਕੰਟਰੀਬਿਊਟਸ ਵੇਰੀਅਸ ਫੈਸਿਲਿਟੀਜ਼ ਟੂ ਦਾ ਇਲੈਕਟ੍ਰੀਕਲ ਟਰਾਂਸਮਿਸ਼ਨ ਸਿਸਟਮ। ਕਿਹੜੀ ਇਹ ਬੰਡਲ ਕੰਡਕਟਰ ਰਿਡਿਊਸਿਸ ਦਾ ਰਿਐਕਟੈਂਸ ਆਫ ਦਾ ਇਲੈਕਟ੍ਰਿਕ ਟਰਾਂਸਮਿਸ਼ਨ ਹੈ। ਇੱਕ ਤਾਂ ਰਿਐਕਟੈਂਸ ਘੱਟ ਜਾਂਦਾ ਹੈ, ਇਹ ਬੰਡਲ ਕੰਡਕਟਰ ਬਣਾਉਣਾ ਜਿਹੜੀ ਟਰਾਂਸਮਿਸ਼ਨ ਲਾਈਨ ਆ ਉਹਦਾ ਰਿਐਕਟੈਂਸ ਘੱਟ ਜਾਂਦਾ ਹੈਗਾ। ਇਟ ਆਲਸੋ ਰਿਡਿਊਸਿਸ ਵੋਲਟੇਜ ਗ੍ਰੇਡੀਐਂਟ ਜਿਹੜੇ ਆ ਘੱਟ ਜਾਂਦੇ ਆ। ਵੋਲਟੇਜ ਗ੍ਰੇਡੀਐਂਟ ਹੁੰਦੇ ਕੀ ਆ, ਕਹਿੰਦਾ ਦੇਖੋ ਪੋਟੈਂਸ਼ੀਅਲ ਗ੍ਰੇਡੀਐਂਟ ਇਜ਼ ਨਥਿੰਗ ਬਟ ਦਾ ਰੇਟ ਆਫ ਚੇਂਜ ਆਫ ਇਲੈਕਟ੍ਰਿਕ ਪੋਟੈਂਸ਼ੀਅਲ ਵਿਦ ਰਿਸਪੈਕਟ ਟੂ ਡਿਸਪਲੇਸਮੈਂਟ। ਮਤਲਬ ਜਿੱਦਾਂ ਕੋਈ ਚੀਜ਼ ਆਪਾਂ ਕੰਡਕਟਰ ਦੇ ਲਾਗੇ ਲੈ ਕੇ ਆਈਏ ਤਾਂ ਉਹਦੇ ਡਿਸਟੈਂਸ ਨੂੰ ਘੱਟ ਵੱਧ ਕਰੀਏ, ਉਹ ਜਿੰਨਾ ਡਿਸਟੈਂਸ ਘੱਟ ਵੱਧ ਹੋਏਗਾ ਉਸ ਹਿਸਾਬ ਨਾਲ ਜੋ ਉਹਦਾ ਪੋਟੈਂਸ਼ੀਅਲ ਗ੍ਰੇਡੀਐਂਟ ਹੈਗਾ, ਪੋਟੈਂਸ਼ੀਅਲ ਚੇਂਜਸ ਆਉਣਗੀਆਂ, ਦੈਟ ਇਜ਼ ਕਾਲਡ ਪੋਟੈਂਸ਼ੀਅਲ ਗ੍ਰੇਡੀਐਂਟ। ਇਟ ਇਜ਼ ਆਲਸੋ ਕਾਲਡ ਏ ਡਾਈਲੈਕਟ੍ਰਿਕ ਸਟ੍ਰੈਸ ਔਰ ਵੋਲਟੇਜ ਸਟ੍ਰੈਸ। ਇਹਨੂੰ ਆਪਾਂ ਡਾਈਲੈਕਟ੍ਰਿਕ ਸਟ੍ਰੈਸ ਵੀ ਕਹਿੰਦੇ ਹਾਂ ਜਾਂ ਵੋਲਟੇਜ ਸਟ੍ਰੈਸ ਵੀ ਕਹਿੰਦੇ ਹਾਂ। ਮਤਲਬ ਦੋ ਕੰਡਕਟਰ ਇੱਕ ਦੂਜੇ ਦੇ ਲਾਗੇ ਜਦੋਂ ਆਉਂਦੇ ਆ ਤਾਂ ਉਹਨਾਂ 'ਚ ਵੋਲਟੇਜ ਸਟ੍ਰੈਸ ਕ੍ਰੀਏਟ ਹੁੰਦੀ ਆ, ਦੈਟ ਇਜ਼ ਕਾਲਡ ਵੋਲਟੇਜ ਗ੍ਰੇਡੀਐਂਟ। ਜਦੋਂ ਉਹ ਸ਼ਾਰਟ ਸਰਕਟ ਹੋ ਜਾਂਦੇ ਆ ਉਸ ਤੋਂ ਪਹਿਲਾਂ ਜਿੰਨੀ ਵੋਲਟੇਜ ਬਣਦੀ ਦੈਟ ਇਜ਼ ਪੋਟੈਂਸ਼ੀਅਲ ਗ੍ਰੇਡੀਐਂਟ। ਤਾਂ ਫਿਰ ਉਸ ਤੋਂ ਬਾਅਦ ਕਰੋਨਾ ਲਾਸਿਸ ਘੱਟ ਜਾਂਦੇ ਆ, ਇਹ ਆਪਾਂ ਅੱਗੇ ਡਿਸਕਸ ਕਰਾਂਗੇ।
ਰੇਡੀਓ ਇੰਟਰਫੇਰੈਂਸ ਘੱਟ ਜਾਂਦੀ ਆ, ਸਰਜ ਇੰਪੀਡੈਂਸ ਆਫ ਦਾ ਟਰਾਂਸਮਿਸ਼ਨ ਲਾਈਨ ਜਿਹੜੀਆਂ ਉਹ ਘੱਟ ਜਾਂਦੀਆਂ ਹੈਗੀਆਂ। ਇਸ ਤਰ੍ਹਾਂ ਇਹ ਜਿਹੜੇ ਬੰਡਲ ਕੰਡਕਟਰ ਸਾਡੇ ਹੈਲਪਫੁਲ ਹੈਗੇ ਆ। ਬੇਸਿਕਲੀ ਆਪਾਂ ਕਰੰਟ ਕੈਰਿੰਗ ਕਪੈਸਿਟੀ ਵਧਾਉਣ ਲਈ, ਕਿਉਂਕਿ ਇੱਕ ਐਡਾ ਮੋਟਾ ਕੰਡਕਟਰ ਲੈ ਕੇ ਜਾਣ ਦੀ ਬਜਾਏ ਆਪਾਂ 4 ਕੰਡਕਟਰ ਜਿਹੜੇ ਆ ਉਹ ਇੱਕ ਲਾਈਨ ਲਈ ਯੂਜ਼ ਕਰਾਂਗੇ ਜਾਂ 3 ਇੱਕ ਲਾਈਨ ਲਈ ਯੂਜ਼ ਕਰਾਂਗੇ। ਤਾਂ ਜਿਹੜੇ 3 ਇੱਕ ਲਾਈਨ ਲਈ ਕੰਡਕਟਰ ਯੂਜ਼ ਕਰਦੇ ਆ ਉਹਨਾਂ ਨੂੰ ਆਪਾਂ ਬੰਡਲ ਕੰਡਕਟਰਸ ਕਹਿੰਦੇ ਆ। ਅਤੇ ਇਹਦੇ ਫਾਇਦੇ ਜਿਹੜੇ ਥੱਲੇ ਜਿਹੜੇ ਦਿੱਤੇ ਹੋਏ ਇੰਨੇ ਦੇ ਫਾਇਦੇ ਹੁੰਦੇ ਹੈਗੇ ਆ। ਅਤੇ ਇਹਨੂੰ ਆਪਾਂ ਮੋਸਟਲੀ ਜਿਹੜੇ ਆ ਅਬਵ 220 ਕਿਲੋਵੋਲਟ ਦੇ ਉੱਪਰ ਜਿੰਨੇ ਵੀ ਆਪਾਂ ਜੋ ਲਾਈਨ ਜਾਂਦੀ ਹੈ ਤਾਂ ਆਪਾਂ ਜ਼ਿਆਦਾਤਰ ਬੰਡਲ ਕੰਡਕਟਰਸ ਹੀ ਯੂਜ਼ ਕਰਦੇ ਹੈਗੇ ਆ। ਮਤਲਬ ਹਾਇਰ ਵੋਲਟੇਜ ਦੇ ਵਿੱਚ ਜਾ ਕੇ ਆਪਾਂ ਬੰਡਲ ਕੰਡਕਟਰ ਯੂਜ਼ ਕਰਦੇ ਹੈਗੇ ਆ। ਇਹ ਸੀ ਤੁਹਾਡਾ ਅੱਜ ਦਾ ਟੌਪਿਕ, ਜਿਹੜਾ ਉਹ ਸਟਿੰਗ ਐਫੀਸ਼ੀਐਂਸੀ, ਪੋਟੈਂਸ਼ੀਅਲ ਡਿਫਰੈਂਸ, ਇੰਪਰੂਵਮੈਂਟ ਆਫ ਸਟਿੰਗ ਐਫੀਸ਼ੀਐਂਸੀ ਅਤੇ ਬੰਡਲ ਕੰਡਕਟਰਸ। ਥੈਂਕ ਯੂ।